ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਅਸੀਂ ਤੁਹਾਡੇ ਸਾਹਮਣੇ ਜੋ ਮੁੱਦਾ ਲੈ ਕੇ ਆਏ ਹਾਂ ਬਹੁਤ ਗੰਭੀਰ ਮੁੱਦਾ ਹੈ ਸਿੱਖਾਂ ਦੇ ਵਾਸਤੇ, ਕਿਉਂਕਿ ਇੱਕ ਇਤਿਹਾਸਕ ਗੁਰਧਾਮ ਜੋ ਸਿੱਕਮ ਦੇ ਵਿੱਚ, ਭਾਰਤ ਦੇ ਸੂਬੇ ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ, ਮੈਨੂੰ ਲੱਗਦਾ ਕਿ ਸਿੱਖ ਤਕਰੀਬਨ ਇਸ ਮੁੱਦੇ ਤੋਂ ਜਾਣੂ ਹੋਣਗੇ ਕਿ ਉੱਥੇ ਕਿਵੇਂ ਉੱਥੋਂ ਦੀ ਸਰਕਾਰ ਨੇ ਕਬਜ਼ਾ ਕਰਕੇ ਉਸ ਸਥਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਹਿੱਸਿਆਂ 'ਚ ਮੌਜੂਦ ਸਿੱਖਾਂ ਦੇ ਇਤਿਹਾਸਕ ਸਥਾਨਾਂ ਨੂੰ ਇੱਕ-ਇੱਕ ਕਰਕੇ ਖਤਮ ਕੀਤਾ ਜਾ ਰਿਹਾ, ਤੇ ਇਸ ਦੇ ਨਾਲ ਹੀ ਕਈ ਸਿੱਖ ਅਜਿਹੇ ਵੀ ਨੇ ਜੋ ਉੱਥੇ ਸੰਘਰਸ਼ ਲੜ ਰਹੇ ਨੇ। ਅਜਿਹੇ ਇੱਕ ਸਿੱਖ ਸਰਦਾਰ ਅਜਮੇਰ ਸਿੰਘ, ਐਡਵੋਕੇਟ ਅਜਮੇਰ ਸਿੰਘ ਨੇ, ਇਹਨਾਂ ਵੱਲੋਂ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਉੱਤੇ ਨਜਾਇਜ਼ ਕਬਜ਼ੇ ਦੇ ਵਿਰੁੱਧ ਕੱਲਿਆਂ ਵੱਲੋਂ ਹੀ ਇਹ ਕੇਸ ਲੜਿਆ ਜਾ ਰਿਹਾ, ਤੇ ਜਿਸ ਦੀ ਜਾਣਕਾਰੀ ਸਾਨੂੰ ਮਿਲੀ ਤੇ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਇਸ ਮੁੱਦੇ ਤੋਂ ਜਾਣੂ ਕਰਾਉਂਦੇ ਹਾਂ। ਅਜਮੇਰ ਸਿੰਘ ਜੀ, ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਪੂਰੇ ਮੁੱਦੇ ਬਾਰੇ ਜਿਹੜੀ ਸੰਗਤ ਨੂੰ ਜਾਣਕਾਰੀ ਦਿਓ, ਕਿਉਂਕਿ ਅਸੀਂ ਇਹਨਾਂ ਜਾਣਦੇ ਹਾਂ ਕਿ ਗੁਰਦੁਆਰਾ ਸਾਹਿਬ ਤੇ ਨਜਾਇਜ਼ ਕਬਜ਼ਾ ਹੈ, ਬਾਕੀ ਜੋ ਉਹਦੀ ਪ੍ਰੋਸੀਡਿੰਗ ਚੱਲ ਰਹੀ ਹੈ ਕੋਰਟ ਵਿੱਚ ਉਹਦੇ ਬਾਰੇ ਸੰਗਤ ਨੂੰ ਜਾਣੂ ਕਰਾਓ ਜੀ। ਮੇਰੇ ਖਿਆਲ ਹੈ ਮੈਨੂੰ ਗੱਲ ਸ਼ੁਰੂ ਤੋਂ ਕਰਨੀ ਚਾਹੀਦੀ ਜੇ ਟਾਈਮ ਹੋਵੇ ਤਾਂ, ਕਿਉਂਕਿ ਇਹਦੇ ਜਦ ਮੁੱਢਲੀ ਜਾਣਕਾਰੀ ਨਹੀਂ ਹੋਏਗੀ ਤਾਂ ਅੱਜ ਦੀ ਜਾਣਕਾਰੀ ਦੇਣੀ ਬੇਕਾਰ ਹੋਏਗੀ। ਜ਼ਰੂਰ ਜੀ, ਜ਼ਰੂਰ ਜੀ, ਜ਼ਰੂਰ। ਮੁੱਢਲੀ ਜਾਣਕਾਰੀ ਇਹ ਹੈ ਕਿ ਅਗਸਤ 2017 ਦੇ ਵਿੱਚ 16 ਅਗਸਤ 2017 ਨੂੰ ਵੀਡੀਓ ਵਾਇਰਲ ਹੋਈ ਸੀ ਫੇਸਬੁੱਕ ਦੇ ਉੱਤੇ। ਚੁੰਗਥੰਗ ਦੇ ਬਾਬਾ ਯਾਦਵ ਸਿੰਘ ਜਿਹੜੇ ਕੇਅਰ ਟੇਕਰ ਸੀਗੇ ਗੁਰਦੁਆਰਾ ਚੁੰਗਥੰਗ ਦੇ, ਉਹਨਾਂ ਨੇ ਵੀਡੀਓ ਪਾਈ ਸੀ ਕਿ ਗੁਰਦੁਆਰਾ ਉੱਥੋਂ ਦੀ ਡਾਂਗਮਾਰ ਉੱਥੋਂ 90 ਕਿਲੋਮੀਟਰ ਅੱਗੇ, 90 ਕਿਲੋਮੀਟਰ ਤੋਂ ਮਹਾਰਾਜ ਦੇ ਸਰੂਪ ਲਿਆ ਕੇ ਤੇ ਹੋਰ ਗੁਰਦੁਆਰੇ ਦਾ ਸਮਾਨ ਲਿਆ ਕੇ, ਮਹਾਰਾਜ ਦੀ ਫੋਟੋ ਵਗੈਰਾ, ਚੌਰ ਸਾਹਿਬ ਵਗੈਰਾ ਲਿਆ ਕੇ ਸਭ ਉੱਥੇ ਇਹਨਾਂ ਨੇ ਸੜਕ ਦੇ ਕੰਢੇ ਛੱਡ ਦਿੱਤਾ ਸੀ ਅਨਅਟੈਂਡਡ। ਹਾਂਜੀ, ਉਹ ਵੀਡੀਓ ਵਾਇਰਲ ਹੋਈ ਤੇ ਉਸ ਤੋਂ ਪਤਾ ਲੱਗਾ ਵੀ ਇਹ ਮੋਦੀਆਂ ਨੇ ਗੁਰਦੁਆਰਾ ਉੱਥੋਂ ਖਾਲੀ ਕੀਤਾ ਤੇ ਕਿਉਂ ਕੀਤਾ। ਮੈਂ ਉਸ ਵੇਲੇ ਦਿੱਲੀ ਹੀ ਰਹਿਣਾ, ਤੇ ਮੇਰੇ ਕੋਲ ਅੰਮ੍ਰਿਤਪਾਲ ਸਿੰਘ ਖਾਲਸਾ ਬੰਬਈ ਦੇ ਵਕੀਲ ਆਏ ਹੋਏ ਸੀਗੇ ਬਾਈ ਚਾਂਸ ਕਿਸੇ ਕੰਮ ਤੇ। ਉਹ ਕਹਿੰਦੇ ਚਲੋ ਆਪਾਂ ਸੁਪਰੀਮ ਕੋਰਟ ਕੇਸ ਪਾ ਦਿੰਦੇ ਹਾਂ। ਮੇਰਾ ਇਸ ਤੋਂ ਪਹਿਲਾਂ ਕੇਸ ਸਰ ਮੈਂ ਤੁਹਾਨੂੰ ਦੱਸਾਂ ਕਿ ਮੈਂ ਵਕੀਲ ਨਹੀਂ, ਐਡਵੋਕੇਟ ਦੀ ਗਲਤ ਇੰਟਰੋਡਕਸ਼ਨ ਦਿੱਤੀ ਹੈ, ਸੌਰੀ ਟੂ ਇੰਟਰਪਟ। ਮੈਂ ਇੱਕ ਸਿੱਖ ਸਕਾਲਰ ਹੈਗਾ, ਸਿੱਖ ਹਿਸਟੋਰੀਅਨ ਕਹਿ ਲਓ, ਰਾਈਟਰ ਕਹਿ ਲਓ, ਬੁੱਕ ਰਾਈਟਰ ਵੀ ਹੈਗਾ, ਬਲੌਗ ਰਾਈਟਰ ਵੀ ਹੈਗਾ। ਹਾਂਜੀ। ਉਸ ਦੇ ਬਾਅਦ ਸਰ ਉੱਥੇ ਅਸੀਂ ਦੋਨਾਂ ਨੇ ਸਲਾਹ ਬਣਾਈ ਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਫਾਈਲ ਕਰ ਦਿੱਤੀ। ਹਾਂਜੀ। ਉਸ ਜ਼ਮਾਨੇ ਖੈਰ ਸਾਹਿਬ ਸਰਾੜ ਜੀ ਚੀਫ ਜਸਟਿਸ ਸੀਗੇ, ਉਹ ਰਿਟਾਇਰ ਹੋ ਰਹੇ ਸੀ, ਤੇ ਦੂਜੇ ਇੱਕ ਜਸਟਿਸ ਦੀਪਕ ਮਿਸ਼ਰਾ ਜੀ ਆ ਰਹੇ ਸੀ, ਤੇ ਉਹਦੇ ਵਿੱਚ ਕੁਝ ਦਿਨ ਬਰਬਾਦ ਹੋ ਗਏ। ਨਤੀਜਾ ਇਹ ਰਿਹਾ ਸਾਨੂੰ ਇਹ ਸਟੇ ਮਿਲਿਆ 30 ਤਰੀਕ ਨੂੰ ਜਾ ਕੇ, 20 ਤਰੀਕ ਦੇ ਕਰੀਬ 21 ਤਰੀਕ ਨੂੰ ਮੀਟਿੰਗ ਪਾਈ ਸੀ, ਹਫ਼ਤਾ 10 ਦਿਨ ਸਾਡੇ ਲੰਘੇ, ਸਾਨੂੰ 30 ਤਰੀਕ ਨੂੰ ਸਟੇ ਮਿਲਿਆ। ਉੱਥੇ ਸਾਨੂੰ ਪਤਾ ਲੱਗਿਆ ਕਿ 1-2 ਦਿਨ ਪਹਿਲਾਂ 28 ਤਰੀਕ ਨੂੰ ਉੱਥੇ ਸਿਲੀਗੁੜੀ ਵੈਸਟ ਬੰਗਾਲ ਦੀ ਇੱਕ ਛੋਟਾ ਜਿਹਾ ਸ਼ਹਿਰ ਹੈਗਾ, ਉੱਥੇ ਗੁਰਦੁਆਰਾ ਕਮੇਟੀ ਨੇ ਕੇਸ ਪਾ ਦਿੱਤਾ ਸੀ। ਹਾਂਜੀ। ਸਾਨੂੰ ਡਾਇਰੈਕਸ਼ਨ ਹੋਈ ਕਿ ਉਸ ਕੇਸ ਨੂੰ ਜੁਆਇਨ ਕਰ ਲਓ 13 ਸਤੰਬਰ ਤੱਕ, 13 ਸਤੰਬਰ ਦੀ ਤਰੀਕ। ਮੈਂ ਤੇ ਅੰਮ੍ਰਿਤਪਾਲ ਸਿੰਘ ਅਸੀਂ ਗਏ। ਅੰਮ੍ਰਿਤਪਾਲ ਸਿੰਘ ਚੂੰਕਿ ਇੱਕ ਲਾਅ ਗ੍ਰੈਜੂਏਟ ਸੀਗਾ, ਉਸਨੇ ਮੈਂਸ਼ਨਿੰਗ ਵਗੈਰਾ ਕਰਵਾ ਕੇ ਉਹਦੇ ਪਾਰਟੀ ਬਣ ਗਿਆ। ਮੈਂ ਇਹਨਾਂ ਪ੍ਰੋਸੀਜਰ ਨਹੀਂ ਸੀ ਜਾਣਦਾ, ਮੇਰੀ ਐਪਲੀਕੇਸ਼ਨ ਲਟਕ ਗਈ ਤੇ ਮੈਨੂੰ ਇਸਦਾ ਪਤਾ ਨਹੀਂ ਲੱਗਾ ਕੀ ਗਲਤੀ ਹੈ। ਗਲਤੀ ਦਾ ਪਤਾ ਲੱਗਾ 6 ਮਹੀਨੇ ਬਾਅਦ ਕਿ ਇੱਕ ਲਾਈਨ ਅਸੀਂ ਲਿਖਣੀ ਭੁੱਲ ਗਏ ਕਿ ਸਾਨੂੰ ਇਸ ਕੇਸ ਵਿੱਚ ਸ਼ਾਮਿਲ ਕੀਤਾ ਜਾਵੇ। ਬਸ ਇਹ ਲਫ਼ਜ਼ ਮੈਂ ਨਹੀਂ ਸੀ ਲਿਖੇ, ਮੇਰੀ ਪੈਟੀਸ਼ਨ 'ਚ ਕੋਈ ਕਮੀ ਨਹੀਂ ਸੀ, ਪਰ ਚूंकि ਮੈਂ ਨॉन ਲੀਗਲ ਪਰਸਨ ਸੀ, ਮੇਰਾ ਲੀਗਲ ਨਹੀਂ ਸੀ। ਔਰ ਉਹਦੇ ਬਾਅਦ ਅਮੈਂਡਮੈਂਟ ਪਾਈ, ਜੱਜ ਦੇ ਕਹਿੰਦੇ ਸੀ ਕਿ ਸੁਧਾਰ ਕਰ ਦਿਓ, ਸੁਧਾਰ ਕਰਦੇ ਸੀ। ਅਸੀਂ ਉਹ 'ਚ ਡਿਮਾਂਡ ਕੀਤੀ ਜੁਡੀਸ਼ੀਅਲ ਇਨਕੁਆਇਰੀ ਦੀ, ਅਦਾਲਤੀ ਜਾਂਚ ਦੀ, ਉਹਨਾਂ ਅਫਸਰਾਂ ਦੇ ਖਿਲਾਫ ਜਿਨ੍ਹਾਂ ਦੀ ਸ਼ਹਿ ਨਾਲ ਬੇਅਦਬੀ ਹੋਈ ਸੀ। ਇਸ ਦਾ ਵਿਰੋਧ ਸਿਲੀਗੁੜੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੀ ਰਲਵੀਂ ਟੀਮ ਨੇ ਇਹ ਕਹਿ ਕੇ ਮੇਰਾ ਵਿਰੋਧ ਕੀਤਾ, ਅਦਾਲਤ 'ਚ ਲਿਖਤੀ ਦਿੱਤਾ ਹੋਇਆ ਕਿ ਅਸੀਂ ਇਹਨਾਂ ਅਫਸਰਾਂ ਖਿਲਾਫ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਚਾਹੁੰਦੇ। ਇਸ ਨਾਲ ਅਜਮੇਰ ਸਿੰਘ ਦਾ ਜੋ ਕਹਿਣਾ ਹੈ ਉਹ ਕੇਸ ਤੋਂ ਵੱਖਰਾ ਹੋ ਜਾਏਗਾ, ਅਸੀਂ ਇਸ ਵਿੱਚ ਇਹਦੇ ਸਹਿਯੋਗੀ ਨਹੀਂ ਹੋ ਸਕਦੇ। ਇਹਨਾਂ ਨੇ ਮਤਲਬ ਇੰਨੀ ਗੱਲ ਲਿਖ ਕੇ ਦਿੱਤੀ। ਜੱਜ ਨੂੰ ਮੌਕਾ ਮਿਲ ਗਿਆ, ਉਹ ਤੇ ਪਹਿਲੇ ਸਰਕਾਰ ਦੇ ਇਨਫਲੂਐਂਸ਼ੀਅਲ ਵਿੱਚ ਹੁੰਦੇ ਆ। ਇਹ ਗੱਲ ਜੂਨ 2018 ਦੀ ਹੈ। ਉਧਰ ਜੂਨ 2018 ਵਿੱਚ ਇਹਨਾਂ ਨੂੰ ਡਾਇਰੈਕਸ਼ਨ ਹੋਈ ਕਿ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋ, ਮੇਨਟੇਨੇਬਿਲਿਟੀ ਪ੍ਰੂਵ ਕਰੋ। ਇਹਨਾਂ ਨੇ ਅੱਜ ਤੱਕ 4 ਸਾਲ ਹੋ ਗਏ ਇਸ ਮਾਮਲੇ ਨੂੰ ਲਟਕਾਇਆ ਹੋਇਆ, ਨਾ ਤਾਂ ਇਹ ਅੱਜ ਤੱਕ ਮੇਨਟੇਨੇਬਿਲਿਟੀ ਪ੍ਰੂਵ ਕਰ ਸਕੇ ਤੇ ਨਾ ਇਹਨਾਂ ਨੇ ਅੱਜ ਤੱਕ ਸਿੱਖ ਇਤਿਹਾਸ ਗੁਰਦੁਆਰੇ ਦਾ ਦੱਸ ਸਕੇ। ਔਰ ਇਸ ਬਹਾਨੇ ਸਿੱਕਿਮ ਸਰਕਾਰ ਵੱਲੋਂ ਜੇ ਜ਼ੋਰ ਤੇ ਜਾਂ ਸਾਰਿਆਂ ਦੇ ਮੇਰੀ ਫਾਈਲ ਇੱਕ ਸਾਈਡ ਤੇ ਰੱਖੀ ਹੈ। ਮੇਰੀ ਫਾਈਲ ਤੇ ਅੱਜ ਤੱਕ 4.5 ਸਾਲ ਹੋ ਗਏ, ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੁੰਦੇ ਹੋਏ ਇਗਨੋਰ ਕਰ ਦਿੱਤੀ ਗਈ।
ਔਰ ਮੈਨੂੰ ਅੱਜ ਤੱਕ ਪਾਰਟੀ ਨਹੀਂ ਬਣਨ ਦਿੱਤਾ ਗਿਆ। ਇਹ ਤਾਂ ਰਹੀ ਮੇਰੀ ਨਾਲ ਜੋ ਇਹਨਾਂ ਕਮੇਟੀਆਂ ਨੇ ਮੇਰੇ ਨਾਲ ਕੀਤਾ। ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਕਮੇਟੀਆਂ ਮੇਰਾ ਵਿਰੋਧ ਕਿਉਂ ਕਰਦੀਆਂ। ਮੈਂ ਉੱਥੇ ਜਾ ਕੇ ਗੁਰਦੁਆਰੇ ਦੇ ਸਾਹਮਣੇ ਨਹੀਂ ਸੀ। ਹੁਣ ਦੇਖੋ, ਤੁਸੀਂ ਇੰਟਰੋਡਕਸ਼ਨ ਵਿੱਚ ਪਹਿਲਾਂ ਕਿਹਾ ਕਿ ਇੰਡੀਆ ਦੇ ਵਿੱਚ ਗੁਰਦੁਆਰੇ ਹੋਰ ਵੀ ਤੋੜੇ ਗਏ ਨੇ। ਗੁਰਦੁਆਰਾ ਗਿਆਨ ਗੋਦੜੀ ਤੋੜਿਆ ਗਿਆ, ਗੁਰਦੁਆਰਾ ਪਵਾ ਸਾਹਿਬ ਗਵਾਲੀਅਰ ਦਾ ਤੋੜਿਆ ਗਿਆ, ਔਰ ਇਹ ਸਿੱਕਿਮ ਦਾ ਹੋ ਗਿਆ। ਪੁਰੀ ਦਾ ਜਗਨਨਾਥ ਮਠ ਦੇ ਸਾਹਮਣੇ ਮੰਗੂ ਮਠ ਤੋੜਿਆ ਗਿਆ। ਇਹ ਸ਼ੋ ਕਰਦੇ ਕਿ ਗੁਰੂ ਨਾਨਕ ਦੇਵ ਜੀ ਦੀ ਸਾਰੀ ਨਿਸ਼ਾਨੀਆਂ ਖਤਮ ਕੀਤੀਆਂ ਜਾ ਰਹੀਆਂ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਨਿਸ਼ਾਨੀਆਂ ਕਰੀਬ ਕਰੀਬ ਹਿੰਦੂ ਤੀਰਥਾਂ ਦੇ ਉੱਤੇ ਹੈਗੀਆਂ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਕ ਯੂਨਿਕ ਗॉड ਪਰਮਾਤਮਾ ਅਕਾਲ ਪੁਰਖ ਨਾਲ ਜੋੜਨ ਦਾ ਸੰਦੇਸ਼ ਦਿੱਤਾ ਸੀ ਔਰ ਕਰਮ ਕਾਂਡ ਵਿੱਚੋਂ ਬਾਹਰ ਕੱਢਿਆ ਸੀਗਾ। ਇਹ ਚੀਜ਼ ਹਿੰਦੂ ਮੈਂਟੈਲਿਟੀ ਵਾਲੇ ਲੋਕਾਂ ਕੋਲ ਬਰਦਾਸ਼ਤ ਨਹੀਂ ਹੈਗਾ, ਤੇ ਉਹਨਾਂ ਨੇ ਜਿਹਦੇ ਆਰਐਸ ਹੋ ਗਈ, ਦੂਜੇ ਹੋ ਗਏ, ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀਆਂ ਇੱਕ ਇੱਕ ਕਰਕੇ ਮਿਟਾ ਰਹੇ ਨੇ। ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਰੱਬ ਦੀ ਇੰਨੀ ਕਿਰਪਾ ਹੈਗੀ ਹੈ ਕਿ ਮੈਂ ਨਾਲ ਪੂਰਾ ਟਾਕਰਾ ਕਰ ਸਕਦਾ। ਅੱਜ ਦੀ ਡੇਟ ਵਿੱਚ ਅਗਰ ਸਹੀ ਮਾਇਨੇ ਜਿਹੜਾ ਮੈਂ ਤੱਤ ਕੱਢਿਆ ਉਹ ਦੇਖਿਆ, ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਔਰ ਜਾਂ ਸਿਲੀਗੁੜੀ ਕਮੇਟੀ ਹੋਵੇ, ਜਾਂ ਸਿੱਕਿਮ ਸਰਕਾਰ ਹੋਵੇ, ਸਿੱਕਿਮ ਸਰਕਾਰ ਦੇ ਵਕੀਲ ਹੋਣ, ਸਾਰੇ ਮੇਰੇ ਕੋਲੋਂ ਖਤਰਾ ਖਾਂਦੇ। ਇੱਕ ਮੈਨੂੰ ਕੇਸ ਤੋਂ ਦੂਰ ਰੱਖਣ ਦੇ ਸਾਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਂ ਇਸ ਕੇਸ ਵਿੱਚ ਅੱਗੇ ਨਾ ਵੱਧ ਜਾਵਾਂ। ਇਸ ਦੇ ਨਾਲ ਹੀ ਇੱਕ ਹੋ ਰਹੀ ਹੈ ਕਿ ਮੰਗੂ ਮਠ ਦੇ ਵਿੱਚ ਜਦੋਂ ਉੜੀਸਾ ਦੇ ਵਿੱਚ ਮੰਗੂ ਮਠ ਤੋੜਿਆ ਗਿਆ, ਉਦੋਂ ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸਥਾਨ ਦਾ ਕੋਈ ਸੰਬੰਧ ਨਹੀਂ। ਮੈਂ 7 ਸਬੂਤ 7 ਐਵੀਡੈਂਸਸ ਇੱਕੋ ਰਾਤ ਵਿੱਚ ਇਕੱਠੇ ਕੀਤੇ ਔਰ ਸੁਪਰੀਮ ਕੋਰਟ ਕੇਸ ਫਾਈਲ ਕਰ ਦਿੱਤਾ, ਜਿਸ ਦੀ ਵਜ੍ਹਾ ਕਰਕੇ ਅੱਜ ਜੋ ਮੰਗੂ ਮਠ ਬਚਿਆ ਹੋਇਆ ਉਹ ਇਸ ਵਜ੍ਹਾ ਕਰਕੇ ਕਿਉਂਕਿ ਮੈਂ ਕੇਸ ਫਾਈਲ ਕਰ ਦਿੱਤਾ ਸੀ। ਉੜੀਸਾ ਸਰਕਾਰ ਹਿਲ ਗਈ, ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇਹਨੇ ਸਬੂਤ ਆ ਜਾਣਗੇ, ਔਰ ਸਬੂਤ ਸਾਹਮਣੇ ਰੱਖ ਦਿੱਤੇ ਗਏ ਸੀ। ਉਹ ਮੰਗੂ ਮਠ ਬਚ ਗਿਆ। ਇਹ ਠੀਕ ਹੈ, ਉਹਨਾਂ ਨੇ ਅਜੇ ਕੇਸ ਖਤਮ ਨਹੀਂ ਹੋਇਆ, ਕਿਉਂਕਿ ਕੇਸ ਖਤਮ ਲਈ ਕਾਫੀ ਪੈਸਾ ਚਾਹੀਦਾ ਸੀ। ਇਹਨਾਂ ਕਮੇਟੀਆਂ ਨਾਲ ਮੀਟਿੰਗ ਹੋਈ ਮੇਰੀ, ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ ਨਾਲ, ਪਰ ਮਨਜਿੰਦਰ ਸਿੰਘ ਸਿਰਸਾ ਔਰ ਜਗਦੀਪ ਸਿੰਘ ਕਾਲੋਂ ਜਿਹੜਾ ਅੱਜ ਵੀ ਲੀਗਲ ਸੈੱਲ ਦਾ ਇੰਚਾਰਜ ਹੈ, ਇਹਨਾਂ ਲੋਕਾਂ ਨੇ ਮਿਲ ਕੇ ਮੇਰਾ ਵਿਰੋਧ ਕੀਤਾ ਔਰ ਮੈਨੂੰ ਇਸ ਕੇਸ ਵਿੱਚ ਇਹਨਾਂ ਨੇ ਅੱਗੇ ਨਹੀਂ ਵਧਣ ਦਿੱਤਾ। ਇਹ ਆਪ ਤੇ ਕੇਸ ਦੀ ਪਾਰਟੀ ਬਣ ਨਹੀਂ ਸਕਦੇ, ਨਾ ਇਸ ਕੇਸ ਨੂੰ ਇਸ਼ੂ ਕਰ ਸਕਦੇ ਸੀ ਉਹਨੇ, ਕਿਉਂਕਿ ਸਮਾਂ ਲੰਘ ਚੁੱਕਾ। ਪਰ ਮੈਨੂੰ ਵੀ ਇਹਨਾਂ ਨੇ ਅੱਗੇ ਨਹੀਂ ਤੁਰਨ ਦਿੱਤਾ, ਕਿਉਂਕਿ ਇੰਨਾ ਪੈਸਾ ਫੰਡ ਇਕੱਠਾ ਕਰਨਾ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਸੀ। ਇਹਨਾਂ ਕੋਲੇ ਜ਼ਿੰਮੇਵਾਰੀ ਸੀ, ਇਹਨਾਂ ਕੋਲੇ ਫੰਡ ਸੀਗੇ, ਪਰ ਇਹਨਾਂ ਲੋਕਾਂ ਨੇ ਨਹੀਂ ਦਿੱਤੇ। ਵਕੀਲਾਂ ਦੀ ਫੀਸ ਵਗੈਰਾ ਇਹਨਾਂ ਨੇ ਨਹੀਂ ਦਿੱਤੀ, ਜਿਸ ਦੀ ਵਜ੍ਹਾ ਕਰਕੇ ਉਹ ਕੇਸ ਮੰਗੂ ਮਠ ਵਾਲਾ ਨਹੀਂ ਖੁੱਲ ਸਕਿਆ। ਪਰ ਸਿੱਕਿਮ ਦਾ ਕੇਸ ਹੈਗਾ ਕਿ ਉਹ ਅੱਜ ਨਹੀਂ ਸੇ ਕੱਲ ਵੀ ਖੁੱਲੇਗਾ ਔਰ ਉਸ ਨੂੰ ਮੈਂ ਜਿੱਤ ਵੀ ਜਾਊਂਗਾ, ਤੁਹਾਨੂੰ ਮੈਂ ਭਰੋਸਾ ਦਿੰਦਾ। ਸਾਨੂੰ ਇਹ ਪਤਾ ਲੱਗਿਆ ਕਿ 9 ਮਈ ਨੂੰ ਸੁਣਵਾਈ, ਉਹ ਕੇਸ ਸੰਬੰਧ ਦੇ ਵਿੱਚ ਸੁਣਵਾਈ ਹੈ, ਤੇ ਧਿਰ ਕੌਣ ਕੌਣ ਆਉਂਦੇ ਨੇ? 9 ਮਈ ਨੂੰ ਸੁਣਵਾਈ ਹੈ ਇਸ ਕੇਸ ਦੀ। ਇਹ ਉਹ ਸੁਣਵਾਈ ਕੇਸ ਸੰਬੰਧ ਦੇ ਵਿੱਚ ਹੈ, ਤੇ ਕੌਣ ਕੌਣ ਧਿਰ ਵਾ ਉਹਦੇ ਵਿੱਚ? ਧਿਰ ਤਾਂ ਤਿੰਨੋਂ ਇਕੱਠੀਆਂ ਹੈਗੇ। ਇੱਕੋ ਤੇਰੇ ਗੁਰਦੁਆਰਾ ਸਿਲੀਗੁੜੀ ਦੇ ਨਾਲ, ਸਿਲੀਗੁੜੀ ਦੇ ਗੁਰੂ ਸਿੰਘ ਸਭਾ ਦੇ ਨਾਮ ਤੇ ਕੇਸ ਲੜ ਰਹੇ ਨੇ। ਇਹ ਤਿੰਨੋਂ ਕਮੇਟੀ ਦੇ ਮੈਂਬਰ ਉੱਥੇ ਇਕੱਠੇ ਹੁੰਦੇ ਨੇ, ਆਪਣੇ ਆਪ ਨੂੰ ਆਬਜ਼ਰਵਰ ਦੱਸਦੇ ਨੇ। ਦੋ ਤਿੰਨ ਮੈਂਬਰ ਸ਼੍ਰੋਮਣੀ ਕਮੇਟੀ ਜਾਂਦੇ ਨੇ, 2-3 ਦਿੱਲੀ ਕਮੇਟੀ ਦੇ ਜਾਂਦੇ ਨੇ, ਔਰ ਉਹਨਾਂ ਦੇ ਮੈਂਬਰ ਆਉਂਦੇ ਨੇ। ਇਹ ਸਾਰੇ ਮਿਲ ਕੇ ਇਕੱਠੇ ਹੁੰਦੇ ਹੈਗੇ ਨੇ, ਪਰ ਇਹ ਅੱਜ ਤੱਕ ਗੁਰਦੁਆਰੇ ਦਾ ਇਤਿਹਾਸ ਉੱਥੇ ਨਹੀਂ ਦੱਸ ਸਕਦੇ। ਇਹਨਾਂ ਦੀ ਮਨਸ਼ਾ ਕੀ ਹੈ ਮੈਂ ਨਹੀਂ ਜਾਣਦਾ। ਐਸਾ ਨਹੀਂ ਹੈ ਕਿ ਜਾਣਕਾਰੀ ਇਹਨਾਂ ਕੋਲ ਨਾ ਹੋਵੇ, ਪਰ ਇਹਨਾਂ ਲੋਕਾਂ ਦੀ ਥੋੜੀ ਘੱਟ ਵੱਧ ਹੋ ਸਕਦੀ ਹੈ, ਪਰ ਇਹ ਤਾਂ ਬਿਲਕੁਲ ਵੀ ਨਹੀਂ ਤੁਰਦੇ। ਕਿਉਂ ਨਹੀਂ ਤੁਰੇ ਮੈਂ ਨਹੀਂ ਜਾਣਦਾ। ਜੂਨ 2018 ਦੇ ਵਿੱਚ ਇਹਨਾਂ ਦੀ ਸਾਂਝੀ ਟੀਮ ਨੇ ਇਹਨਾਂ ਦੇ ਵਕੀਲ ਰਿਤੇਸ਼ ਖਤਰੀ ਦੇ ਨਾਲ ਮਿਲ ਕੇ ਗੰਗਟੋਕ ਸਿੱਕਿਮ ਦੇ ਵਿੱਚ ਮੇਰੇ ਕੋਲ ਰਾਤੀ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੀ ਕਮੇਟੀ ਦੇ ਥੱਲੇ ਕੰਮ ਕਰਨਾ ਤੇ ਅਸੀਂ ਤੁਹਾਨੂੰ ਇਜਾਜ਼ਤ ਦੇਵਾਂਗੇ, ਨਹੀਂ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ। ਅਗਲੇ ਦਿਨ ਇਹਨਾਂ ਨੇ ਉਹ ਅਦਾਲਤੀ ਜਾਂਚ ਦਾ ਵਿਰੋਧ ਕਰਦੇ ਮੇਰਾ ਵਿਰੋਧ ਕਰ ਦਿੱਤਾ, ਕਿਉਂਕਿ ਮੈਂ ਇਹਨਾਂ ਦੇ ਥੱਲੇ ਕੰਮ ਕਰਨ ਤੋਂ ਮਨਾ ਕਰ ਦਿੱਤਾ, ਕਿਉਂਕਿ ਮੈਂ ਇਹਨਾਂ ਥੱਲੇ ਕਿਸ ਬਿਆਸ ਨਾਲ ਕੰਮ ਕਰਦਾ, ਜਦਕਿ ਮੈਂ ਮੰਗੂ ਮਠ ਵੀ ਦੇਖ ਲਿਆ ਤੇ ਇੱਥੇ ਵੀ ਦੇਖ ਲਿਆ। ਕੋਈ ਜ਼ਰੂਰਤ ਨਹੀਂ ਬਣਦੀ ਕਿ ਮੈਂ ਇਹਨਾਂ ਥੱਲੇ ਕੰਮ ਕਰਾਂ। ਮੈਂ ਇਹਨਾਂ ਦਾ ਨੌਕਰ ਨਹੀਂ ਬਣਨਾ ਚਾਹੁੰਦਾ। ਤੇ ਇਹ ਕੇਸ ਦਾ ਹੁਣ ਸਟੇਟਸ ਕੀ ਆ, ਕਿਹਦੇ ਹੱਕ ਵਿੱਚ ਇਸ ਸਮੇਂ ਜਿਹੜੀ ਆ ਕਾਰਵਾਈ ਹੁਣ ਤੱਕ? ਕੇਸ ਤਾਂ ਸਰ ਤੁਰਿਆ ਹੀ ਨਹੀਂ। ਇਹ ਗੁਰਦੁਆਰੇ ਦਾ ਇਤਿਹਾਸ ਨਹੀਂ ਦੱਸਦਾ ਕਿ ਜੂਨ 2018 ਤੋਂ ਮੈਂ ਪਾਰਟੀ ਨਹੀਂ ਬਣਿਆ। ਕੇਸ ਤਾਂ ਸਹੀ ਮਾਨੇ ਤੁਰਿਆ ਹੀ ਨਹੀਂ। ਇਹ ਮੇਰਾ ਵਿਰੋਧ ਸਿੱਕਿਮ ਜਾ ਕੇ ਕਰਦੇ ਨੇ। ਮੈਂ ਦਿੱਲੀ ਵਿੱਚ ਮੇਰਾ ਵਿਰੋਧ ਨਾ ਸਿਰਸਾ ਨੇ ਕੀਤਾ, ਨਾ ਜਗਦੀਪ ਕਾਲੋਂ ਨੇ ਕੀਤਾ। ਹੁਣ ਸਿਰਸਾ ਭਾਵੇਂ ਦਿੱਲੀ ਕਮੇਟੀ ਵਿੱਚ ਨਹੀਂ ਹੈ, ਪਰ ਫਿਰ ਵੀ ਹੁਣ ਕਾਲਕਾ ਹੈ, ਪਰ ਇਹ ਲੋਕ ਮੇਰਾ ਵਿਰੋਧ ਦਿੱਲੀ ਵਿੱਚ ਨਹੀਂ ਕਰਦੇ, ਇਹ ਸਿੱਕਿਮ ਪਹੁੰਚ ਕੇ ਕਰਦੇ ਨੇ। ਜੋ ਕਿਉਂਕਿ ਮੈਂ ਸੰਗਤਾਂ ਕੋਲੋਂ ਪੈਸੇ ਮੰਗ ਕੇ ਜਾਣਾ,
10 ਮੰਗ ਕੇ ਜਾਣਾ, ਇਹਨਾਂ ਕੋਲ ਗੁਰੂ ਦੀ ਗੋਲਕਨ ਹੈ। ਮੈਂ ਪੈਸੇ ਇਕੱਠੇ ਕਰ ਰਿਹਾ, ਮੇਰੇ ਪੈਸੇ ਖਰਾਬ ਕਰਵਾ ਦਿੰਦੇ ਨੇ ਕਿ ਤਰੀਕੇ ਕੁਝ ਹੁੰਦਾ ਨਹੀਂਗਾ, ਮੈਨੂੰ ਵਾਪਸ ਆਉਣਾ ਪੈਂਦਾ, ਆਣਾ ਜਾਣਾ ਮੇਰਾ ਬੇਕਾਰ ਜਾਂਦਾ, ਤਰੀਕ ਤੇ ਮੈਨੂੰ ਹਾਜ਼ਰੀ ਭਰਨੀ ਪੈਂਦੀ ਹੈ, ਨਾ ਜਾਵਾਂ ਤਾਂ ਕੇਸ ਡਿਸਮਿਸ ਹੋ ਜਾਏਗਾ। ਇਹ ਹੁਣ ਤੁਸੀਂ ਧਿਰ ਕਿਵੇਂ ਬਣ ਸਕਦੇ ਹੋ, ਉਹਦੇ ਵਾਸਤੇ ਕਿਹੜੀ ਹੋਰ ਪ੍ਰੋਸੀਜਰ ਦੇ ਲੀਗਲ ਪ੍ਰੋਸੀਜਰ ਦੀ ਲੋੜ ਆ ਕਿ ਤੁਹਾਨੂੰ ਇੱਕ ਧਿਰ ਵਜੋਂ ਜਿਹੜਾ ਵਾ ਕੋਰਟ ਅਸੈਪਟ ਕਰੇ? ਕਿੱਥੇ ਕਮੀ ਹੈ ਕਿ ਤੁਹਾਨੂੰ ਹੁਣ ਤੱਕ ਇੱਕ ਇਹਦੇ ਵਿੱਚ ਦੇਖੋ ਕਾਨੂੰਨੀ ਪ੍ਰੋਸੀਜਰ ਤੇ ਅਜੇ ਤੱਕ ਸਾਨੂੰ ਕੋਈ ਲੱਭਾ ਨਹੀਂ। ਸੱਚੀ ਗੱਲ ਤੇ ਹੈਗੀ ਆ, ਮੈਂ ਸੁਪਰੀਮ ਕੋਰਟ ਵੀ ਟਰਾਈ ਕੀਤੀ, ਸੁਪਰੀਮ ਕੋਰਟ ਦੇ ਮੈਨੂੰ ਤਾਤੇ ਉਹਨਾਂ ਜਿਹੜੇ ਸਿਆਣੇ ਵਕੀਲ ਉਹਨਾਂ ਨੇ ਇਹੀ ਕਿਹਾ ਕਿ ਜਦ ਤੱਕ ਕੋਈ ਤੁਹਾਡੇ ਖਿਲਾਫ ਕੋਈ ਆਰਡਰ ਤੋਂ ਨਹੀਂ ਨਿਕਲਾ ਤੁਹਾਡੀ ਸੁਣਵਾਈ ਇੱਥੇ ਸੁਪਰੀਮ ਕੋਰਟ ਨਹੀਂ ਹੋਣੀ। ਉੱਥੇ ਦੀ ਹੈਗੀ ਆ ਕਿ ਦੇਖੋ ਸਰ 2019 2018 ਦੇ ਤੇ ਅਟਕੀ ਹੋਈ ਹੈ, 2020 ਵਿੱਚ ਮਾਰਚ ਵਿੱਚ ਕੋਰੋਨਾ ਫੈਲ ਗਿਆ ਔਰ ਉੱਥੇ ਸੁਣਵਾਈ ਰੁਕ ਗਈ। ਹਾਜ਼ਰੀ ਮੈਂ ਇਹਨਾਂ ਨੂੰ 3 ਐਪਲੀਕੇਸ਼ਨਾਂ ਪਾਈਆਂ, ਵੀ ਇੱਕ 2020 ਅਪ੍ਰੈਲ ਵਿੱਚ ਪਾਈ, ਇੱਕ ਸਤੰਬਰ ਵਿੱਚ ਪਾਈ ਹੈ, ਇੱਕ 2021 ਵਿੱਚ ਪਾਈ ਹੈ। ਪਹਿਲਾਂ ਇਹਨੂੰ ਕੋਰੋਨਾ ਦਾ ਲਿਖਿਆ ਸੀ ਕਿ ਕੋਰੋਨਾ ਦੇ ਵਿੱਚ ਜੱਜ ਸਾਹਿਬ ਕਿ ਕੋਈ ਬੰਦਾ ਪਤਾ ਨਹੀਂ ਕਿਹਦਾ ਸ਼ਿਕਾਰ ਹੋ ਜਾਏ, ਤੁਸੀਂ ਮੇਰੀ ਜਿਉਂਦੇ ਜੀ ਮੇਰੀ ਸੁਣਵਾਈ ਕਰ ਲਓ, ਜੇ ਮੈਂ ਹੀ ਮਰ ਗਿਆ ਤਾਂ ਫਿਰ ਬੜੀ ਮੁਸ਼ਕਿਲ ਹੋ ਜਾਏਗੀ, ਪਰ ਇਹਨਾਂ ਨੇ ਨਹੀਂ ਕੀਤੀ। ਬਾਅਦ ਚ ਵੀ ਲਿਖਿਆ ਹਾਰਟ ਅਟੈਕ, ਮੈਨੂੰ 3 ਹਾਰਟ ਅਟੈਕ ਹੋ ਚੁੱਕੇ ਨੇ, ਇਹਨਾਂ ਲੋਕਾਂ ਨੂੰ ਮੈਂ ਅਪੀਲ ਕਰ ਚੁੱਕਾ ਚੀਫ ਜਸਟਿਸ ਨੂੰ ਇੱਕ ਲੈਟਰ ਮੈਂ ਇਸੇ ਮਹੀਨੇ ਫਿਰ ਲਿਖਿਆ ਕਿ ਜੀ ਮੇਰੀ ਜਿਉਂਦੇ ਜੀ ਸੁਣਵਾਈ ਕਰ ਲਓ, ਪਰ ਫਿਰ ਵੀ ਨਹੀਂ ਕਰਦੇ ਕਿਉਂਕਿ ਲੜਾਈ ਸਰਕਾਰ ਨਾਲ ਹੈ। ਉਹ ਤੇ ਚਾਹੁੰਦੇ ਨੇ ਕਿ ਮੈਂ ਮਰ ਜਾਂ ਤੇ ਕੇਸ ਨੂੰ ਡਿਸਮਿਸ ਕਰ ਦੇਣ, ਪਰ ਮੇਰਾ ਰਾਖਾ ਵਾਹਿਗੁਰੂ ਆਪ ਹੈ। ਮੈਂ ਇਹਨਾਂ ਦੀ ਗੱਲ ਦੇ ਵਿੱਚ ਇੱਕ ਸੰਘ ਦੇ ਵਿੱਚ ਕੋੜ ਗਿਰਲੀ ਹੋ ਗਈ, ਸਭ ਦੇ ਮੂੰਹ ਕੋੜ ਗਿਰਲੀ ਹੁੰਦੀ, ਇਹਦਾ ਫਸਿਆ ਹੋਇਆ, ਇਹਨਾਂ ਮੇਰੇ ਤੋਂ ਛੁਟਕਾਰਾ ਪਾ ਸਕਦੇ ਆ ਨਾ ਮੈਨੂੰ ਛੱਡ ਕੇ ਅੱਗੇ ਵੱਧ ਸਕਦੇ। ਸਿੱਕਿਮ ਸਰਕਾਰ ਨੂੰ ਵੀ ਮੇਰੇ ਹੋਣ ਦੇ ਕਰਕੇ ਪਰੇਸ਼ਾਨੀ ਪਈ ਹੋਈ ਹੈ, ਨਹੀਂ ਤਾਂ ਉਹ ਇਸ ਨੂੰ ਖਤਮ ਕਰ ਦਿੰਦੇ। ਇਹਨਾਂ ਨੇ ਸਿੱਕਿਮ ਸਰਕਾਰ ਨੇ ਦਸੰਬਰ 2020 ਵਿੱਚ ਇੱਕ ਮਿੰਟ ਹੋਰ, ਦਸੰਬਰ 2020 ਵਿੱਚ ਇੱਕ ਪ੍ਰਪੋਜ਼ਲ ਭੇਜਿਆ ਸੀ ਕਿ ਅਸੀਂ ਇਹਨਾਂ ਨੇ ਇੱਕ ਚੁੰਗਥਾਂਗ ਗੁਰਦੁਆਰੇ, 2 ਗੁਰਦੁਆਰੇ ਹੈ ਉੱਥੇ ਮੇਨ ਹੈਗੇ ਨੇ ਸਿੱਕਿਮ ਦੇ, ਇੱਕ ਤੇ ਗੁਰੂ ਡਾਂਗਮਰ ਤੇ ਦੂਸਰਾ ਚੁੰਗਥਾਂਗ ਦੇ ਵਿੱਚ ਨਾਨਕ ਲਾਮਾ ਦੇ ਨਾਮ ਤੇ, ਨਾਨਕ ਲਾਮਾ ਨਾਮ ਦੇ ਗੁਰਦੁਆਰੇ ਨੂੰ ਇਹਨਾਂ ਨੇ ਇਲੀਗਲ ਸਟਰਕਚਰ ਸ਼ੋ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਸਟਾਪ ਡਿਕਲੇਅਰਿੰਗ ਦਮ ਇਲੀਗਲ ਸਟਰਕਚਰ, ਇਹ ਇਲੀਗਲ ਨਹੀਂ ਹੈਗੇ, ਇਹ ਗੁਰੂ ਨਾਨਕ ਦੇਵ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰਾ ਸਾਹਿਬ ਹੈਗੇ ਨੇ ਔਰ ਸਾਡੇ ਕੋਲ ਇਹਨਾਂ ਦੇ ਬਣਨ ਦੇ ਔਰ ਪੁਰਾਣੀ ਸਾਰੀ ਹਿਸਟਰੀ ਔਰ ਸਾਰੇ ਸਬੂਤ ਮੇਰੇ ਕੋਲ ਮੌਜੂਦ ਨੇ। ਮੈਂ ਇੱਥੇ ਤੱਕ ਲਿਖਿਆ ਸੀ ਮੇਰੇ ਕੋਲ ਤੁਸੀਂ ਟੀਵੀ ਦੇ ਉੱਤੇ, ਸਟੇਜ ਦੇ ਉੱਤੇ, ਅਦਾਲਤ ਵਿੱਚ ਜਿੱਥੇ ਮਰਜ਼ੀ ਮੇਰੇ ਕੋਲ ਬਹਿਸ ਕਰ ਲਓ, ਮੈਂ ਤੁਹਾਡੇ ਨਾਲ ਤਿਆਰ ਹੈ। ਤੁਸੀਂ ਭਾਵੇਂ ਸਿੱਕਿਮ ਦੇ ਯੂਨੀਵਰਸਿਟੀ ਅਕੈਡਮਿਸ਼ੀਅਨਸ ਲਿਆਓ, ਹਿਸਟੋਰੀਅਨ ਲਿਆਓ, ਕੋਈ ਵੀ ਲਿਆਓ, ਜਿਹਨੂੰ ਮਰਜ਼ੀ ਲਿਆਓ, ਮੇਰੇ ਨਾਲ ਗੱਲ ਕਰ ਲੈ, ਮੈਂ ਤਿਆਰ ਹਾਂ। ਪਰ ਦੂਜੀ ਧਿਰ ਨੇ ਇਹਨਾਂ ਨੇ ਜੀ ਗੁਰੂ ਸਿੰਘ ਸਭਾ ਨੇ ਪਾਰਟੀ ਨੇ ਕੀ ਜਵਾਬ ਦਿੱਤਾ, ਇਹਨਾਂ ਦੇ ਪਾਰਟੀ ਦੇ ਜਵਾਬ ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀ। ਮੈਨੂੰ ਉਹਨਾਂ ਨੇ ਮੇਰੇ ਜਵਾਬ ਨੂੰ ਨਾ ਅਜੇ ਤੱਕ ਰਿਜੈਕਟ ਕੀਤਾ ਤੇ ਨਾ ਹੀ ਅਪਰੂਵ ਕੀਤਾ। ਉਹਨਾਂ ਕੋਲੇ ਮੇਰਾ ਜਵਾਬ ਅਜੇ ਤੱਕ ਪਿਆ ਪੈਂਡਿੰਗ, ਸਮਝ ਲਓ ਉਹ ਵੀ ਪੈਂਡਿੰਗ ਪਿਆ, ਪਰ ਇਹਨਾਂ ਦੇ ਜਵਾਬ ਤੇ ਉਹਨਾਂ ਨੇ ਰੋਕ ਲਗਾ ਦਿੱਤੀ ਸੀ ਕਿ ਅਸੀਂ ਇਹਨੂੰ ਨਹੀਂ ਮੰਨਦੇ। ਤੇ ਉਹਦੇ ਬਾਅਦ ਹੁਣ ਇਸ ਡੇਟ ਨੂੰ 9 ਮਈ ਨੂੰ ਆਉਂਦੀ ਡੇਟ ਨੂੰ ਇਹ ਕੀ ਜਵਾਬ ਦਿੰਦੇ ਨੇ, ਉਹ ਕੀ ਉੱਤੇ ਪਤਾ ਲੱਗੇਗਾ। ਅਦਾਲਤ ਨੇ ਉਸਦੀ ਪੂਰੀ ਰਿਪੋਰਟ ਲੈਣੀ ਆ ਕਿ ਬਈ ਇਹਨਾਂ ਨੇ ਕੀ ਜਵਾਬ ਦਿੱਤਾ, ਕਿਉਂ ਇਹਨਾਂ ਨੇ ਮਨਾ ਕੀਤਾ ਸਿੱਕਿਮ ਸਰਕਾਰ ਨੇ, ਉਹ ਜਾਣਕਾਰੀ ਲੈਣਗੇ ਇਸ ਵਾਰੀ, ਮੇਰਾ ਖਿਆਲ ਹੈ। ਔਰ ਬਾਕੀ ਰਹੀ ਗੱਲ ਹੈ ਕਿ ਮੈਂ ਇਸ ਵਿੱਚ ਇੱਕ ਐਪਲੀਕੇਸ਼ਨ ਪਾ ਰਹੇ ਹੈਗਾ, ਸ਼ਾਇਦ ਅਸੀਂ 2-4 ਦਿਨ ਦੇ ਵਿੱਚ ਅਸੀਂ ਐਪਲੀਕੇਸ਼ਨ ਪਾ ਦਾਂਗੇ। ਇਹਦੀ ਸਪੀਡ ਟ੍ਰਾਇਲ ਵਾਸਤੇ ਅਸੀਂ ਰਿਕੁਐਸਟ ਕਰ ਰਹੇ ਹਾਂ ਉਹ ਕੋਰਟ ਨੂੰ, ਕੋਰਟ ਸਾਡੇ ਕੋਲ ਰਸਤਾ ਤੋਂ ਕੋਈ ਬੰਦਾ ਨਹੀਂਗਾ ਕਿ ਇਸ ਕੇਸ ਦੀ ਸਪੀਡਿੰਗ ਟ੍ਰਾਇਲ ਵਾਸਤੇ ਕਿ ਥੋੜਾ ਤੇਜ਼ੀ ਨਾਲ ਇਸ ਕੇਸ ਉੱਤੇ ਕੰਮ ਕੀਤਾ ਜਾਏ। ਇਹ ਰਿਕੁਐਸਟ ਮੈਂ ਪਹੁੰਚ ਜਾ ਰਿਹਾ। ਇਹ ਕੇਸ ਅਦਾਲਤ ਵਿੱਚ ਸਭ ਤੋਂ ਪਹਿਲਾਂ ਕਿਹਦੇ ਵੱਲੋਂ ਲਿਜਾਇਆ ਗਿਆ ਹੈ ਤੇ ਤੁਸੀਂ ਇਸ ਕੇਸ 'ਚ ਕਦੋਂ ਸ਼ਾਮਲ ਹੋਏ ਹੋ ਤੇ ਤੁਹਾਡੀ ਇਸ ਕੇਸ ਦੇ ਵਿੱਚ ਲੀਗਲੀ ਜੇ ਮੈਂ ਪੁੱਛਾਂ ਤੇ ਕੀ ਹਸਤੀ ਹੈ? ਸਰ ਇਹ ਕੇਸ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਵੱਲੋਂ, ਕਿਉਂਕਿ ਮੈਂ ਅਸੀਂ ਸੁਪਰੀਮ ਕੋਰਟ ਦੀ ਟਰਾਈ ਕਰ ਰਹੇ ਸੀਗੇ, ਇਹ ਉਹਨਾਂ ਸਿਲੀਗੁੜੀ ਤੋਂ 100 ਕਿਲੋਮੀਟਰ ਪੈਂਦਾ ਗੰਗਟੋਕ ਹਾਈ ਕੋਰਟ ਸਿੱਕਿਮ, ਇਹਨਾਂ ਲਈ ਥੋੜਾ ਸੌਖਾ ਸੀ। ਉੱਥੇ ਜਾ ਕੇ ਇਹਨਾਂ ਨੇ 28 ਅਗਸਤ ਨੂੰ ਕੇਸ ਪਾਤਾ, ਮੈਨੂੰ 30 ਅਗਸਤ ਨੂੰ ਸਟੇ ਮਿਲਿਆ ਔਰ ਡਾਇਰੈਕਸ਼ਨ ਮਿਲੀ। ਮੇਰਾ ਸਟੇ ਤਾਂ ਅੱਜ ਤੱਕ ਲੱਗਿਆ ਹੋਇਆ ਕੋਰਟ ਦੀ, ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਗੁਰੂ ਡਾਂਗਮਰ ਤੇ ਜੋ ਸਟੇ ਲੱਗਿਆ ਹੋਇਆ ਉਹ ਮੇਰਾ ਹੀ ਲਿਆ ਹੋਇਆ ਲੱਗਿਆ ਜੋ ਸੁਪਰੀਮ ਕੋਰਟ ਲੱਗਿਆ ਸੀ, ਪਰ ਮੇਰਾ ਪਾਰਟੀ ਬਣਾਉਣ ਦਾ ਮਸਲਾ ਉਹਨਾਂ ਨੇ ਜਾਣਬੁੱਝ ਕੇ ਲਟਕਾਇਆ ਹੋਇਆ। ਉੱਥੇ ਦੱਸੋ ਮੈਂ ਕੀ ਕਰ ਸਕਦਾ? ਮੈਂ ਤੇ ਆਪ ਚਾਹੁੰਦਾ, ਬਥੇਰੇ ਸਿੱਖ ਵਕੀਲਾਂ ਦੀ ਮੈਂ ਫੇਸਬੁੱਕ ਤੇ ਟਵਿੱਟਰ ਦੇ ਉੱਤੇ ਮੰਗ ਕੀਤੀ ਕਿ ਬਈ ਕੋਈ ਮੇਰੀ ਮਦਦ ਲੈ ਕੇ ਆਓ, ਕਿਸੇ ਕੋਲ ਕੋਈ ਰਸਤਾ ਆਇਆ, ਪਰ ਸਰ ਕੋਈ ਨਹੀਂ ਆਇਆ, ਤੇ ਮੈਂ ਕੀ ਕਰਾਂ? ਤੁਸੀਂ ਕਮੇਟੀ ਵੱਲੋਂ, ਜਿਹੜੀ ਕਮੇਟੀ ਇੱਕ ਧਿਰ ਵਾ, 3 ਕਮੇਟੀਆਂ ਤੁਸੀਂ ਦੱਸ ਰਹੇ ਹੋ, ਉੱਥੋਂ ਦੀ ਲੋਕਲ ਕਮੇਟੀ ਹੈ ਤੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੇ ਨਾਲ ਰਲ ਕੇ ਕੰਮ ਕਰਨ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਕਿ ਜਿਹੜਾ ਕੋਈ ਰਿਜ਼ਲਟ ਸਹੀ ਨਹੀਂ ਆ ਸਕਦਾ? ਕੀ ਕਾਰਨ ਨੇ? ਦੇਖੋ ਸਰ, ਕਾਰਨ ਸਭ ਤੋਂ ਪਹਿਲੀ ਗੱਲ ਇਹ ਕਿ ਜੇ ਮੈਂ ਇਹਨਾਂ ਦੀ ਨੌਕਰੀ ਕਰਾਂਗਾ ਤਾਂ ਇਹਨਾਂ ਦੀ ਮੈਨੂੰ ਕਮਾਂਡ ਮੰਨਣੀ ਪਏਗੀ। ਇਹ ਮੈਨੂੰ ਆਪਣੇ ਪੇਰੋਲ ਤੇ ਰੱਖਣਗੇ,
ਜਾਂ ਖਰਚਾ ਰੱਖਣਗੇ, ਜੋ ਇਹ ਕਹਿਣਗੇ ਮੈਨੂੰ ਉਹ ਮੰਨਣਾ ਪਏਗਾ। ਮੇਰੀ ਇਹ ਗੱਲ ਨਹੀਂ ਮੰਨਦੇ। ਅਕਾਲ ਤਖਤ ਨੇ, ਜਥੇਦਾਰ ਨੇ ਦਸੰਬਰ 19 ਦੇ ਵਿੱਚ ਸਾਡੀ ਇੱਕ ਮੀਟਿੰਗ ਕੀਤੀ ਸੀ। ਇਹਨਾਂ ਨੂੰ ਵੀ ਬੁਲਾਏ, ਸਾਨੂੰ ਵੀ ਬੁਲਾਇਆ ਗਿਆ ਸੀ ਔਰ ਸਾਰੀ ਧਿਰਾਂ ਨੂੰ ਇੱਕ ਸਾਥ ਮਿਲਣ ਦਾ ਇੱਕ ਆਰਡਰ ਪਾਸ ਕੀਤਾ ਗਿਆ ਸੀ। ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਫਿਕਸ ਕੀਤੀ ਗਈ ਸੀ। ਮੈਨੂੰ ਐਜ਼ ਏ ਹਿਸਟੋਰੀਅਨ ਰੱਖਿਆ ਗਿਆ ਸੀ ਔਰ ਕਰਨਲ ਗਰੇਵਾਲ ਨੂੰ। ਇਹਨਾਂ ਲੋਕਾਂ ਨਾਲ ਅਸੀਂ ਕਾਫੀ ਮੀਟਿੰਗਾਂ ਕੀਤੀਆਂ, ਪਰ ਸਰ ਜਦੋਂ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਸੀਗੇ ਕਿ ਜੇ ਅਕਾਲ ਤਖਤ ਨੇ ਸਾਨੂੰ ਮਿਲ ਕੇ ਚੱਲਣ ਲਈ ਕਿਹਾ ਤਾਂ ਪਹਿਲਾਂ ਉੱਥੇ ਜਿਹੜਾ ਮੇਰਾ ਤੁਸੀਂ ਵਿਰੋਧ, ਜਿਹੜੀ ਮੇਰੀ ਉਹਦੇ ਤੇ ਆਬਜੈਕਸ਼ਨ ਲਗਾਈ ਹੋਈ ਹੈ ਕੋਰਟ ਵਿੱਚ, ਉਹ ਵਾਪਸ ਲਵੋ। ਮੈਂ ਗਲਤ ਨਹੀਂ ਹੈ ਸਰ। ਤੁਸੀਂ ਜੇ ਮੇਰੇ ਨਾਲ ਮਿਲ ਕੇ ਚੱਲਣਾ, ਮੈਨੂੰ ਕਹਿੰਦੇ ਮਿਲ ਕੇ ਚੱਲਣਾ, ਤਾਂ ਮੇਰਾ ਵਿਰੋਧ ਕਰਨਾ ਤੇ ਛੱਡੋ। ਉੱਥੇ ਤੁਸੀਂ ਵਿਰੋਧ ਕਰੀ ਜੋ, ਮੈਂ ਤੁਹਾਡਾ ਮੈਂ ਕਿਸ ਮੂੰਹ ਨਾਲ, ਮੇਰੇ ਕੋਲ ਕਰਨ ਲਈ ਕੀ ਰਹਿੰਦਾ ਸਰ? ਤੁਸੀਂ ਜੇ ਮੇਰਾ ਵਿਰੋਧ ਕੰਟੀਨਿਊ ਕਰਨਾ, ਫਿਰ ਅਕਾਲ ਤਖਤ ਦਾ ਆਰਡਰ ਵੀ ਕੀ ਕਰੇਗਾ ਸਰ? ਉਹ ਮੇਰੀ ਐਪਲੀਕੇਸ਼ਨ, ਉਹ ਵਿਰੋਧ ਵਾਲੀ ਆਬਜੈਕਸ਼ਨ ਅਜੇ ਤੱਕ ਇਹਨਾਂ ਨੇ ਵਾਪਸ ਨਹੀਂ ਲਈ ਕਿ ਮੈਂ ਇੰਨੀ ਇਹਨਾਂ ਕਿ ਮੈਂ ਅਸੀਂ ਮੀਟਿੰਗਾਂ ਕਰਦੇ ਇਹਨਾਂ ਨੂੰ ਕਹਿੰਦੇ ਰਹੇ, ਪਰ ਨਹੀਂ ਸਰ, ਅਜੇ ਤੱਕ ਉਹ ਆਬਜੈਕਸ਼ਨ ਉੱਥੇ ਹੈ। ਫਿਰ ਤੁਸੀਂ ਦੱਸੋ ਅਕਾਲ ਤਖਤ ਦੇ ਆਰਡਰ ਨੂੰ ਕਿਹਨੇ ਖੁੰਝੇ ਲਾਇਆ? ਇਹਨਾਂ ਨੇ ਲਾਇਆ ਕਿ ਅਸੀਂ ਲਾਇਆ? ਬਿਲਕੁਲ। ਤੇ ਫਿਰ ਅਸੀਂ ਬਰਗਾੜੀ ਦਾ ਜਾਣਦੇ ਹਾਂ, ਗੋਲੀकांड ਆ ਬਹਿਬਲ ਕਲਾ ਦੇ ਵਿੱਚ ਮਹਾਰਾਜ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ। ਤੇ ਸਰ ਇਹੀ ਅਕਾਲੀ ਦਲ ਦੀ ਤਾਂ ਤਿੰਨੋਂ ਪਾਰਟੀਆਂ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਦਿੱਲੀ ਕਮੇਟੀ ਹੋਏ, ਸਿਲੀਗੁੜੀ ਨਾਲ ਰਲੇ ਨੇ। ਇਹਨਾਂ ਨੇ ਉੱਥੇ ਵੀ ਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਉੱਥੇ ਸਿੱਕਿਮ ਵੀ ਤਾਂ ਕਰ ਰਹੇ ਨੇ ਨਾ। ਇਹਨਾਂ ਦੇ ਤਾਂ ਖੂਨ ਚ ਕੀ ਉਹਨਾਂ ਨੇ ਬੇਅਦਬੀ ਨੂੰ ਸਹਿਣਾ ਔਰ ਉਸਨੂੰ ਰੋਕਣਾ। ਮੇਰੇ ਵਿੱਚ ਤਾਂ ਨਹੀਂ ਹੈ ਨਾ ਸਰ। ਬਿਲਕੁਲ। ਇਸ ਸਮੇਂ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਕੀ ਹਾਲਾਤ ਨੇ? ਉੱਥੇ ਕਬਜ਼ਾ ਕਿਸ ਦਾ ਆ? ਕੀ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਕਿ ਜਾਂ ਬੋਧੀਆਂ ਦਾ ਮੱਠ ਹੀ ਚੱਲ ਰਿਹਾ? ਕੀ ਹਾਲਾਤ ਨੇ ਗਰਾਊਂਡ ਦੇ? ਸਰ ਜੀ, ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ, ਤੁਸੀਂ ਸਵਾਲ ਪੁੱਟਅਪ ਕੀਤਾ। ਅੱਜ ਤੱਕ ਇਹ ਸਵਾਲ ਕਿਸੇ ਚੈਨਲ ਵੱਲੋਂ ਪੁੱਟਅਪ ਨਹੀਂ ਕੀਤਾ ਗਿਆ। ਸਿੱਖ ਸੰਸਾਰ, ਸਿੱਖ ਵਰਲਡ, ਪੂਰੇ ਸੰਸਾਰ ਦਾ ਤੁਹਾਡੇ ਚੈਨਲ ਦੇ ਥਰੂ ਇੱਕ ਕੌੜਾ ਸੱਚ ਅੱਜ ਵੀ ਸੁਣ ਲੈ ਕਿ ਗੁਰਦੁਆਰਾ ਗੁਰੂ ਡਾਂਗਮਾਰ ਅੱਜ ਵੀ ਲਾਚੇਨ ਬੁੱਧਿਸਟ ਮੋਨੈਸਟਰੀ ਦੇ ਥੱਲੇ ਹੈ, ਉਹਨਾਂ ਦੇ ਕਬਜ਼ੇ ਵਿੱਚ ਹੈ। ਇੱਕ ਸਿੱਖ ਗੁਰਦੁਆਰੇ ਉੱਤੇ ਬੋਧੀਆਂ ਦਾ ਕਬਜ਼ਾ ਹੈ ਔਰ ਮੇਰੇ ਕੋਲ ਪੂਰਾ ਲਿਖਤ ਸਬੂਤ ਮੌਜੂਦ ਨੇ। ਇਸ ਗੁਰਦੁਆਰਾ ਸਾਹਿਬ ਨੂੰ ਸਨ 2000 ਵਿੱਚ, ਸ਼ਾਇਦ ਜੁਲਾਈ 2000 ਵਿੱਚ, ਉਹਨਾਂ ਨੇ ਆਪਣੇ ਕਬਜ਼ੇ ਲੈ ਕੇ ਇਸ ਨੂੰ ਖਾਲੀ ਕੀਤਾ। ਜੋ ਉਹਨਾਂ ਦੇ ਕਾਗਜ਼ ਕਹਿੰਦੇ ਨੇ ਸਰ, ਮੈਂ ਉੱਥੇ ਨਹੀਂ ਗਿਆ ਸਰ, ਗੁਰਦੁਆਰਾ ਗੁਰੂ ਡਾਂਗਮਾਰ ਖਾਲੀ ਕੀਤਾ ਨਹੀਂ ਕੀਤਾ ਮੈਂ ਨਹੀਂ ਜਾਣਦਾ, ਪਰ ਜੋ ਕਾਗਜ਼ ਬੋਲਦੇ ਨੇ ਉਹ ਕਹਿੰਦੇ ਨੇ ਕਿ ਇੱਕ ਆਈਟਮ 99 ਆਈਟਮਾਂ ਟੋਟਲ ਗੁਰਦੁਆਰੇ ਸਾਹਿਬ ਵਿੱਚੋਂ, ਚੌਰ ਸਾਹਿਬ ਤੋਂ ਲੈ ਕੇ ਮਹਾਰਾਜ ਸਰੂਪ ਤੋਂ ਲੈ ਕੇ ਹਰ ਚੀਜ਼ ਉਹਨਾਂ ਨੇ ਬਾਹਰ ਗੁਰਦੁਆਰੇ ਵਿੱਚੋਂ ਕੱਢੀ ਹੈ ਔਰ ਉਹਨਾਂ ਲਾਚਨ, ਕੁਝ ਲਾਚਨ ਮੋਨੈਸਟਰੀ ਵਿੱਚ ਰੱਖ ਲਈ, ਕੁਝ ਲਾਚਨ ਦੇ ਲੋਕਾਂ ਦੇ ਵਿੱਚ ਵੰਡ ਦਿੱਤੀ, ਜਿਸ ਦੇ ਉੱਤੇ ਸਿੱਕਿਮ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ, ਚੀਫ ਸੈਕਟਰੀ, DC, SDM ਔਰ ਪੁਲਿਸ ਜੋ ਵੀ ਇਹਨਾਂ ਵੱਲੋਂ ਪੁਲਿਸ ਦੇ ਵਾਇਰਲੈਸ ਦੇ ਉੱਤੇ ਮੈਸੇਜ ਗਿਆ, ਉਸਦੀ ਕਾਪੀ ਮੇਰੇ ਕੋਲ ਮੌਜੂਦ ਹੈ ਔਰ ਸਾਰੇ ਦੇ ਸਾਈਨ ਮੌਜੂਦ ਨੇ ਉਸ ਉੱਤੇ ਕਿ ਇਸ ਵਿੱਚ ਜੱਜ ਸਾਹਿਬ ਜਾਹਿਰ ਹੈ ਕਿ ਗੁਰਦੁਆਰਾ ਲੈਣ ਦੇ ਲਈ ਰਾਜ ਸਰਕਾਰ ਸਿੱਕਿਮ ਵੀ ਇਸ ਵਿੱਚ ਸ਼ਾਮਿਲ ਸੀ। ਮੇਰੇ ਕੋਲ ਸਾਰੇ ਸਬੂਤ ਮੌਜੂਦ ਨੇ। ਤੁਹਾਡੇ ਕਹਿਣ ਮੁਤਾਬਕ ਬੋਧੀਆਂ ਨੂੰ ਸਰਕਾਰ ਦੀ ਸ਼ੈ ਆ ਉੱਥੇ, ਸਿੱਕਮ ਸਰਕਾਰ ਦੀ? ਹਾਂਜੀ, ਕਿਉਂਕਿ ਇਹ ਲਾਚਨ, ਮੇਰੀ ਜਾਣਕਾਰੀ ਮੁਤਾਬਿਕ ਜਿਹੜਾ ਉਸ ਵੇਲੇ ਦਾ ਲਾਚਨ ਦਾ ਮੱਠ ਪ੍ਰਮੁੱਖ ਸੀ, ਉਹ ਸਿੱਕਿਮ ਸਰਕਾਰ ਵਿੱਚ ਮੰਤਰੀ ਵੀ ਰਿਹਾ। ਇਸ ਕਰਕੇ ਸਾਰੇ ਇੱਕੋ ਹੀ ਨੇ ਰਲੇ, ਦਿਖਾਇਆ ਜੋ ਮਰਜੀ ਜਾਂਦੇ ਰਹੇ। ਔਰ ਸਰ ਇਹ ਤਾਂ ਲਿਖਤੀ ਹੈਗਾ, ਜਦ ਕਿ ਗੁਰਦੁਆਰਾ से ਲੁੱਟਿਆ ਔਰ ਸਮਾਨ ਉਸੇ ਲਿਆ ਕੇ ਕੁਝ ਪਬਲਿਕ ਵੰਡ ਦਿੱਤਾ, ਕੁਝ ਲਾਚਨ ਵਿੱਚ ਰੱਖ ਦਿੱਤਾ, ਇਹ ਤਾਂ ਲਿਖਤੀ ਮੌਜੂਦ ਹੈਗਾ। ਇਹਦੇ ਉੱਤੇ ਇਹ ਲੋਕ ਚੁੱਪ ਨੇ, ਮੈਂ ਤੇ ਚੁੱਪ ਨਹੀਂ ਹਾਂ ਸਰ। ਇਹ ਕਮੇਟੀ ਕਿਉਂ ਚੁੱਪ ਹੈਗੀ? ਕੋਈ ਇਹਨਾਂ ਨੂੰ ਪੁੱਛੇ, ਸਵਾਲ ਕਰਨ ਵਾਲਾ ਹੋਏ ਕਿ ਤੁਸੀਂ ਗੁਰਦੁਆਰਾ ਲੁੱਟਿਆ ਗਿਆ, ਤੁਸੀਂ ਕਿਉਂ ਖਾਮੋਸ਼ ਹੋ ਗਈ? ਉੱਥੇ ਸਿੱਕਮ ਦੇ ਵਿੱਚ ਜਿੱਥੇ ਗੁਰਦੁਆਰਾ ਡਾਂਗਮਾਰ ਸਾਹਿਬ ਆ, ਲੋਕਲ ਸੰਗਤ ਦੀ ਗਿਣਤੀ ਕਿੰਨੀ ਕੁ ਆ ਤੇ ਕੀ ਸੰਗਤ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਕਿ ਮਹਾਰਾਜ ਦਾ ਅਦਬ ਸਤਿਕਾਰ ਬਹਾਲ ਕਰਕੇ ਦੁਬਾਰਾ ਪ੍ਰਕਾਸ਼ ਕੀਤਾ ਜਾਵੇ? ਸਰ ਸਿੱਕਿਮ ਦੇ ਸਿੱਖ ਹੈ ਹੀ ਨਹੀਂ ਗਏ। ਹੋ ਸਕਦਾ 5-10 ਪਰਿਵਾਰ ਕਿਤੇ ਪੂਰੇ ਸਿੱਕਿਮ ਵਿੱਚ ਫੈਲੇ ਹੋਣ ਤਾਂ ਕੋਈ ਵੱਡੀ ਗੱਲ ਨਹੀਂ ਹੈ। ਸਿੱਕਿਮ ਵਿੱਚ ਸਿੱਖ ਨਹੀਂ ਗਏ, ਪਹਿਲੀ ਗੱਲ ਤਾਂ ਇੱਕ ਹੈ। ਸਿੱਖ ਸਿਰੋਂ ਤੇ ਸ਼ਰਧਾਲੂ ਸਨ 1965 ਵਿੱਚ ਗੁਰਦੁਆਰਾ ਸਾਹਿਬ ਦੀ ਪਹਿਲੀ ਜਾਣਕਾਰੀ ਬਾਹਰ ਨਿਕਲੀ ਸੀ ਕਿ ਗੁਰੂ ਨਾਨਕ ਸਾਹਿਬ ਇੱਥੇ ਇੱਕ ਮੇਜਰ ਸੀਗੇ ਆਰਮੀ ਦੇ, ਮੇਜਰ ਇਸਰ, IAS ਇਸਰ, ਪੂਰਾ ਨਾਮ ਮੈਨੂੰ ਯਾਦ ਨਹੀਂ, ਇਸਰ ਕਰਕੇ ਮੈਨੂੰ ਯਾਦ ਹੈ। ਸਭ ਤੋਂ ਪਹਿਲੀ ਜਾਣਕਾਰੀ ਉਹਨਾਂ ਨੇ ਦਿੱਤੀ ਸੀ ਕਲਕੱਤਾ ਦੇ ਸਿੱਖ ਰਿਵਿਊ ਵਿੱਚ, ਪਹਿਲਾ ਆਰਟੀਕਲ ਛਪਿਆ ਸੀ। उसके बाद लोग इतने जाने शुरू हुए। फिर हल्के हल्के लोगों को पता लगा, सानू ये पता थी कि गुरु नानक जी तिब्बत गए ने, चीन गए थे, इतने होंगे गए गुरु नानक इतने आके की साखी है इस बारे जानकारी नहीं थी, क्योंकि ऐसा उल्लेख, इसका रेफरेंस जन्म साखियों में नहीं मिलता। क्योंकि गुरु नानक देव जी ने
ਇਸ ਯਾਤਰਾ ਦੇ ਭਾਈ ਮਰਦਾਨਾ ਜੀ ਨੂੰ ਕੈਲਾਸ਼ ਪਰਬਤ ਦੇ ਇੱਥੇ ਹੀ ਛੱਡ ਦਿੱਤਾ ਸੀ ਤੇ ਅੱਗੇ ਇੱਥੋਂ ਹੁੰਦੇ ਹੋਏ ਅੱਗੇ ਜਿੱਥੇ ਗਏ। ਇਸ ਕਰਕੇ ਅੱਗੇ ਦੀ ਜਾਣਕਾਰੀ ਸਾਡੇ ਕੋਲੇ ਸਾਖੀਆਂ ਵਿੱਚ ਨਹੀਂ ਮਿਲੀ। ਸਾਨੂੰ ਇਹ ਪਤਾ ਹੈ ਕਿ ਬਹੁਤ ਗਏ ਨੇ। ਆਪਣੇ ਗਿਆਨੀ ਗਿਆਨ ਸਿੰਘ ਜੀ ਨੇ ਸਿੱਖ ਤਵਾਰੀਖ ਵਿੱਚ ਇਸਦਾ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ। ਉਸ ਵੇਲੇ ਤੁਮਲੋਂਗ ਲਿਖਿਆ, ਤੁਮਲੋਂਗ ਉਸ ਵੇਲੇ ਸਿੱਕਿਮ ਦੀ ਰਾਜਧਾਨੀ ਹੁੰਦੀ ਸੀ। ਇੱਥੋਂ ਹੁੰਦੇ ਗੁਰੂ ਨਾਨਕ ਦੇਵ ਜੀ ਸਿੱਕਿਮ ਗਏ ਨੇ। ਇਹ 1890 ਦੇ ਆਲੇ ਦੁਆਲੇ ਤਕਰੀਬਨ 130 ਸਾਲ ਪਹਿਲਾਂ ਉਹਨਾਂ ਨੇ ਇਸ ਕਿਤਾਬ ਵਿੱਚ ਲਿਖਿਆ ਹੋਇਆ ਹੈ। ਇਹ ਸਬੂਤ ਸਾਡੇ ਕੋਲ ਹੈ। ਤੁਸੀਂ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਸਕਦੇ ਜੇ? ਹਾਂਜੀ ਬਿਲਕੁਲ। ਹਾਂਜੀ। ਗੱਲ ਇਹ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਜਦੋਂ ਇੱਥੋਂ ਜਾ ਰਹੇ ਸੀਗੇ ਤਾਂ ਗੁਰੂ ਨਾਨਕ ਦੇਵ ਦਾ ਮੈਂ ਕਹਾਂਗਾ ਕੁਝ ਸਾਡੇ ਵਿੱਚ ਬੜੇ ਬੇਵਕੂਫ ਜਾਂ ਕ੍ਰਿਟਿਕ ਲੋਕ ਟਾਈਪ ਦੇ ਲੋਕੀ ਹੈਗੇ ਨੇ ਜਿਹੜੇ ਕਿ ਗੁਰੂ ਨਾਨਕ ਨੂੰ ਆਪਣੇ ਜਿੱਦਾਂ ਦਾ ਇਨਸਾਨ ਸਮਝਦੇ ਨੇ। ਉਸ ਸਮਝਦੇ ਕਿ ਗੁਰੂ ਨਾਨਕ ਇੰਨੀ ਦੂਰ ਕਿੱਦਾਂ ਜਾ ਸਕਦਾ, ਜਾਂ ਤੁਰ ਕੇ ਕਿੱਦਾਂ ਗਿਆ, ਜਾਂ 100 ਗੱਲਾਂ ਬਹਾਨੇਬਾਜ਼ੀ। ਉਸ ਜਗ੍ਹਾ ਦੇ ਉੱਤੇ -40 ਡਿਗਰੀ ਟੈਂਪਰੇਚਰ ਹੁੰਦਾ ਠੰਡ ਵਿੱਚ, ਗਰਮੀ ਵਿੱਚ ਵੀ ਆਕਸੀਜਨ ਦੀ ਕਮੀ ਹੁੰਦੀ ਹੈ। 18,000 ਫੀਟ ਦੀ ਹਾਈਟ ਦੇ ਉੱਤੇ ਉੱਥੇ ਬੰਦੇ ਨੂੰ ਜ਼ਿਆਦਾ ਸਲਾਹ ਦਿੱਤੀ ਜਾਂਦੀ ਹੈ ਕਿ ਅੱਧੇ ਘੰਟੇ ਤੋਂ ਬਾਅਦ ਇੱਥੇ ਨਾ ਰੁਕੇ ਔਰ ਏਦਾਂ ਦਾ ਕੰਮ ਨਾ ਕਰੇ ਜਦੋਂ ਸਾਹ ਚੜੇ। ਉਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਜਦੋਂ ਉੱਥੇ ਗਏ ਆ ਤੇ ਉੱਥੇ ਦੇ ਲੋਕਲ ਜਿਹੜੇ ਚਰਵਾਹੇ ਸੀਗੇ, ਭੇਡਾਂ ਚਾਰ ਰਹੇ ਸੀ, ਉਹਨਾਂ ਨੇ ਇੱਕ ਸਾਧ ਦੇਖਿਆ ਤੇ ਉਹਨਾਂ ਕੋਲ ਆਏ ਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਨੂੰ ਇਹ ਤਕਲੀਫ ਹੈ ਕਿ ਪਹਿਲੀ ਗੱਲ ਤਾਂ ਸਾਡੇ ਕੋਲ ਪਾਣੀ ਨਹੀਂ ਹੁੰਦਾ, ਲੇਕ ਜੰਮ ਜਾਂਦੀ ਹੈ, ਸਾਡੇ ਕੋਲ ਪੀਂਦੇ ਪਾਣੀ ਨਹੀਂ ਹੁੰਦਾ, ਤੁਸੀਂ ਕਿਰਪਾ ਕਰੋ ਪਾਣੀ ਦਾ ਬੰਦੋਬਸਤ ਕਰੋ। ਗੁਰੂ ਨਾਨਕ ਦੇਵ ਜੀ ਨੇ ਜੋ ਉਹਨਾਂ ਦੀ ਡੰਗ ਸੀਗੀ ਹੱਥ ਵਿੱਚ ਉਹ ਫੜੀ ਤੇ ਉੱਥੇ 12 ਫਿਟ ਗੁਣਾ 3 ਫਿਟ ਦਾ ਇੱਕ ਇਹਨਾਂ ਘੇਰਾ ਉਹਨਾਂ ਨੇ ਬਰਫ਼ ਉੱਤੇ ਕਿਨਾਰੇ ਖੜੇ ਸੀ, ਲੇਕ ਦੇ ਕਿਨਾਰੇ ਉਹਨਾਂ ਨੇ ਇੰਨਾ ਵੱਡਾ ਘੇਰਾ ਇੱਕ ਕੱਤ ਦਿੱਤਾ। ਉਸ ਘੇਰੇ ਵਿੱਚ ਪਾਣੀ ਕਦੀ ਨਹੀਂ ਜੰਮਦਾ, ਚਾਹੇ -40 ਡਿਗਰੀ ਟੈਂਪਰੇਚਰ ਚਲੇ ਜਾਏ, ਪੂਰੀ ਲੇਕ ਜੰਮ ਜਾਏ, ਲੇਕ ਦੇ ਉੱਪਰ ਜੀਪ ਚਲਾ ਲਓ ਸਰਦੀ ਵਿੱਚ, ਪਰ ਉਹ 12 ਗੁਣਾ 3 ਫੀਟ ਦਾ ਟੁਕੜਾ ਨਹੀਂ ਜੰਮੇਗਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਡੰਗ ਫੇਰੀ ਸੀ। ਇਸ ਕਰਕੇ ਇਹਨੂੰ ਡੰਗ ਮਾਰ ਕਹਿੰਦੇ ਨੇ। ਇਸਦਾ ਨਾਮ ਬਾਜ਼ੀ ਉਹਨਾਂ ਦੀ ਡੰਗ ਮਾਰ ਤੋਂ ਵਿਗੜ ਕੇ, ਜਿਹਨੂੰ ਆਪਾਂ ਅੰਗਰੇਜ਼ੀ ਲਿੰਗੁਆ ਫ੍ਰੈਂਕਾ ਕਹਿੰਦੇ ਕਿ ਜ਼ੁਬਾਨ ਵਿਗੜ ਜਾਣੀ, ਉਹ ਬਣ ਗਿਆ ਡੋਂਗ ਮਾਰ। ਪਰ ਇਹ ਤਾਂ ਹੈਗਾ। ਔਰ ਡਾਂਗ ਦੇ ਉੱਤੇ ਹੀ ਚੁੰਗਥਾਂਗ ਗੁਰਦੁਆਰੇ ਦੇ ਵਿੱਚ ਵੀ ਜਿਹੜਾ ਇੱਕ ਪੇੜ ਹੈਗਾ ਨਿੰਮ ਦਾ ਕਾਦਾ ਹੈਗਾ, ਉਹ ਮਾਰੀ ਖੁੰਡੀ ਜਾਂ ਡਾਂਗ ਇੱਕੋ ਗੱਲ ਹੋ ਗਈ ਨਾ, ਉਹ ਖੁੰਡੀ ਦੀ ਸ਼ੇਪ ਵਿੱਚ ਬਣਾਇਆ ਇਹਨੇ ਆਪਣੀ ਖੁੰਡੀ ਕੱਢਦੀ ਸੀ। ਅੱਛਾ, ਗੁਰੂ ਡਾਂਗ ਮਾਰ ਦੀ ਦੂਜਾ ਇਹਦੇ ਨਾਲ ਇੱਕ ਪਹਿਲੂ ਹੋ ਰਿਹਾ, ਜੋ ਉੱਥੇ ਲੋਕਾਂ ਨੇ ਦੇਖਿਆ ਕਿ ਗੁਰੂ ਸਾਹਿਬ ਨੇ ਬਰਫ਼ ਪਿਘਲਾ ਦਿੱਤੀ ਹੈ। ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਸਾਡੀ ਅੰਸ਼ ਨਹੀਂ ਵੱਧਦੀ ਤੇ ਠੰਡ ਜ਼ਿਆਦਾ, ਔਰ ਸਾਨੂੰ ਇੱਥੇ ਮੁਸ਼ਕਿਲ ਪੈਂਦੀ ਹੈ, ਸਾਡੀ ਅੰਸ਼ ਨਹੀਂ ਵੱਧਦੀ। ਗੁਰੂ ਨਾਨਕ ਸਾਹਿਬ ਨੇ ਕਿਹਾ ਜੋ ਇਸ ਜਗ੍ਹਾ ਜਿਹੜੀ ਜਨਾਨੀ ਇਸ ਜਗ੍ਹਾ ਦਾ ਇਹ ਜਲ ਪੀਏਗੀ ਉਹਦੇ ਘਰੇ ਪੁੱਤਰ ਦੀ ਦਾਤ ਹੋਏਗੀ ਔਰ ਉਸਦਾ ਅੰਸ਼ ਚੱਲੇਗਾ। ਅੱਜ ਵੀ ਸਿੱਕਿਮ ਜਾਣ ਵਾਲੇ ਇਹ ਸਾਰੇ ਜਨਾਨੀਆਂ ਉਹ ਜਲ ਨੂੰ ਪੀਂਦੀਆਂ ਤੇ ਗੁਰੂ ਨਾਨਕ ਦੀ ਆਸਥਾ ਰੱਖਦੀਆਂ ਸੀ। ਇਹ ਤੇ ਹੁਣ ਰਾਜਨੀਤਿਕ ਪੋਲੀਟੀਕਲ ਬੈਨੀਫਿਟ ਲਈ ਸੀ ਕਹਿ ਸਕਦੇ ਹਾਂ। ਸਿੱਕਿਮ ਦੀ ਸਰਕਾਰ ਨੇ ਇਹ ਸਭ ਫਰਕ ਪਾਏ ਔਰ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਮਿਟਾ ਕੇ ਮਾਸਟਰ ਪਦਮ ਸੰਬਤ ਦੇ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਮੇਰੇ ਕੋਲ ਹੀ ਮੂੰਹ ਬੋਲਦੇ ਸਬੂਤ ਹੈਗੇ ਨੇ ਕਿ ਮਾਸਟਰ ਪਦਮ ਸੰਬਤ ਤੇ ਕਦੀ ਇੱਥੇ ਆਇਆ ਹੀ ਨਹੀਂ, ਨਾ ਇੱਥੇ ਆਇਆ ਨਾ ਸਿੱਕਿਮ ਆਇਆ। ਕਹਿਣ ਨੂੰ ਜੋ ਮਰਜ਼ੀ ਕਹਿੰਦੇ ਨੇ, ਮਿਥਿਹਾਸ ਜੋ ਮਰਜ਼ੀ ਦੱਸੇ ਜਾਣ, ਸੱਚਾਈ ਦੱਸਣ ਲਈ ਸਿੱਕਿਮ ਦੇ ਕੋਲੇ, ਸਿੱਕਿਮ ਸਰਕਾਰ ਕੋਲੇ, ਕਿਸੇ ਕੋਲੇ ਕੋਈ ਸਬੂਤ ਨਹੀਂ। ਮੈਂ ਇਸ ਚੀਜ਼ ਦਾ ਓਪਨ ਚੈਲੰਜ ਕਰਦਾ ਕਿ ਜਿਹੜਾ ਮਰਜ਼ੀ ਸਬੂਤ ਲੈ ਕੇ ਮੇਰੇ ਅੱਗੇ ਆ ਜੇ, ਨਹੀਂ ਆ ਸਕਦਾ, ਹੈ ਹੀ ਕੋਈ ਨਹੀਂ। ਕਿਉਂਕਿ ਮਾਸਟਰ ਪਦਮ ਸੰਬਤ 8ਵੀਂ ਸ਼ਤਾਬਦੀ, ਸਰ ਮਾਸਟਰ ਪਦਮ ਸੰਬਤ 8ਵੀਂ ਸ਼ਤਾਬਦੀ ਵਿੱਚ ਆਇਆ ਸੀ। ਉਹ ਤਿੱਬਤ ਗਿਆ ਸੀ, 56 ਸਾਲ ਉਹ ਤਿੱਬਤ ਰਿਹਾ। ਉਹ ਤੋਂ ਸਿੱਧਾ ਬਾਈ 에ਅਰ ਸਮਝ ਲਓ ਕਿ ਆਪਣੇ ਉੜ ਗਈ ਸਮਝ ਲਓ, ਉਹ ਭੂਟਾਨ ਜਾ ਪਹੁੰਚਿਆ ਸੀ, ਸਿੱਕਿਮ ਤੋਂ ਕਦੀ ਗਿਆ ਹੀ ਨਹੀਂ। ਇਸ ਕਰਕੇ ਅਸੀਂ ਬਹੁਤ ਅੱਛੇ ਲੋਕ ਜਾਣਦੇ ਹਾਂ। ਮੈਂ ਜਾਣਦਾ ਇਹ 5 ਸਾਲ ਦੇ ਵਿੱਚ 4.5 ਸਾਲ ਵਿੱਚ ਮੇਰੀ ਅਚੀਵਮੈਂਟ, ਮੇਰੀ ਪ੍ਰਾਪਤੀ ਇਹ ਹੈਗੀ ਹੈ ਕਿ ਮੈਂ ਸਿੱਕਿਮ ਬਾਰੇ ਬੜਾ ਅੱਛਾ ਜਾਣ ਗਿਆ। ਸਿੱਕਿਮ ਦਾ ਇਤਿਹਾਸ ਹੋਵੇ, ਸਿੱਕਿਮ ਦੇ ਧਰਮ ਹੋਣ, ਸਿੱਕਿਮ ਦੇ ਰਾਜ ਧਰਮ ਹੋਵੇ, ਸਿੱਕਿਮ ਦੇ ਵਿਕਾਸ ਹੋਵੇ, ਸਭ ਚੀਜ਼ ਬਾਰੇ ਮੈਨੂੰ ਪੂਰੀ ਜਾਣਕਾਰੀ। ਮੈਂ ਇਹਨਾਂ ਲੋਕਾਂ ਨਾਲ ਖੁੱਲ ਕੇ ਗੱਲ ਕਰ ਸਕਦਾ ਜਿੰਨਾ ਮਰਜ਼ੀ ਆ ਜਾਏ। ਕਿਸੇ ਵੀ ਇਤਿਹਾਸਕ ਸਥਾਨ ਬਾਰੇ ਇੱਕ ਤਾਂ ਇਤਿਹਾਸ ਹੁੰਦਾ ਹੈ, ਇੱਕ ਲੋਕ ਮਾਨਤਾ ਹੁੰਦੀ ਹੈ। ਗੁਰਦੁਆਰਾ ਡਾਂਗਮਾਰ ਸਾਹਿਬ ਦਾ ਜੋ ਇਤਿਹਾਸ ਆ, ਉੱਥੇ ਦੇ ਲੋਕਲ ਲੋਕਾਂ ਦੇ ਵਿੱਚ ਉਸ ਸਥਾਨ ਪ੍ਰਤੀ ਕੀ ਧਾਰਨਾ ਪ੍ਰਚਲਿਤ ਆ, ਉਹ ਲੋਕ ਉਸ ਸਥਾਨ ਨੂੰ ਜਿਹੜਾ ਮੈਂ ਦੱਸਿਆ ਇਤਿਹਾਸ ਇਹੋ ਹੀ ਆ। ਪਰ ਸਿੱਕਿਮ ਸਰਕਾਰ ਨੇ ਇਸ ਨੂੰ ਬਦਲ ਕੇ ਮਾਸਟਰ ਪਦਮ ਸੰਬਤ ਦਾ ਨਾਮ ਕਰ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਮਾਸਟਰ ਪਦਮ ਸੰਬਤ ਨੇ ਕੀਤਾ। ਦੇਖੋ ਮੇਰੀ ਗੱਲ ਸੁਣੋ, ਵਿਚਾਰ ਕਰਕੇ ਦੇਖੇ ਸੰਗਤ। ਮਾਸਟਰ ਪਦਮ ਸੰਬਤ ਦਾ ਪੀਰੀਅਡ ਹੈਗਾ 8ਵੀਂ ਸ਼ਤਾਬਦੀ
ਔਰ ਸਿੱਕਿਮ ਦੇ ਵਿੱਚ ਲੋਕਾਂ ਦਾ ਵਾਸਾ ਜਿਹੜਾ ਸ਼ੁਰੂ ਨਾਮ ਹੁੰਦਾ ਲੈ ਰਹੇ 13ਵੀਂ। ਹੌਲੀ ਬੋਲ ਕੇ ਨਾਮ ਦੱਸੋ, ਸਮਝ ਨਹੀਂ ਲੱਗ ਰਿਹਾ ਜਿਸ ਬੋਧੀ ਦਾ ਤੁਸੀਂ ਨਾਮ ਲੈ ਰਹੇ ਹੋ। ਸੌਰੀ ਮੈਂ ਕਿਉਂਕਿ ਦੇਖ ਨਹੀਂ ਪਾ ਰਿਹਾ, ਤੁਹਾਨੂੰ ਮੁਆਫੀ ਚਾਹੁੰਦਾ, ਮੈਂ ਥੋੜਾ ਆਰਾਮ ਨਾਲ ਦੱਸਦਾ। ਮਾਸਟਰ ਪਦਮ ਸੰਭਵ ਇੱਕ ਤਿੱਬਤੀ ਤਾਂਤਰਿਕ ਸੀਗਾ, ਬੰਮ ਸੀਗਾ ਵੈਸੇ, ਉਹ ਇੱਥੋਂ ਇੰਡੀਆ ਤੋਂ ਗਿਆ ਸੀ ਤੇ ਉਹ ਗਿਆ 8ਵੀਂ ਸ਼ਤਾਬਦੀ ਦੇ ਵਿੱਚ ਔਰ ਉੱਥੇ ਉਹ 56 ਸਾਲ ਰਿਹਾ 8ਵੀਂ ਸ਼ਤਾਬਦੀ ਵਿੱਚ। ਸਿੱਕਿਮ ਦਾ ਇਤਿਹਾਸ ਸ਼ੁਰੂ ਹੁੰਦਾ ਹੈਗਾ 13ਵੀਂ ਜਾਂ 14ਵੀਂ ਸ਼ਤਾਬਦੀ ਦੇ ਵਿੱਚ, ਜਦੋਂ ਕਿ ਕੁਝ ਲੋਕੀ ਅਸਾਮ ਤੋਂ ਆ ਕੇ ਸਿੱਕਿਮ ਦੇ ਵਸਣਾ ਸ਼ੁਰੂ ਕਰਦੇ ਨੇ। ਯਾਨੀ ਕਿ ਮਾਸਟਰ ਪਦਮ ਸੰਭਵ ਦੇ 500 ਜਾਂ 600 ਸਾਲ ਬਾਅਦ। ਤੇ ਜਦ ਇੱਥੇ ਲੋਕ ਸੀਗੇ ਹੀ ਨਹੀਂ, ਮਾਸਟਰ ਪਦਮ ਸੰਭਵ ਇੱਥੋਂ ਕਿੱਥੋਂ ਆ ਗਿਆ, ਉਹਨੇ ਕਿਹੜੇ ਲੋਕਾਂ ਨੂੰ ਉਹ ਲੋਕੀ ਤਕਲੀਫਾਂ ਦੂਰ ਕੀਤੀਆਂ, ਇੱਥੇ ਲੋਕੀ ਸੀਗੇ ਹੀ ਨਹੀਂ। ਬਹੁਤ ਵੱਡਾ ਐਵੀਡੈਂਸ ਹੈ। ਦੇਖੋ ਵਿਚਾਰ ਕਰਨ ਵਾਲੀ ਗੱਲ ਹੈ। 8ਵੀਂ ਸ਼ਤਾਬਦੀ ਦੇ ਮਾਸਟਰ ਪਦਮ ਸੰਭਵ ਤਿੱਬਤ ਗਿਆ, ਇੱਥੇ ਦਾ ਮਤਲਬ ਹੀ ਕੋਈ ਨਹੀਂ। ਇੱਕ ਮਨ ਘੜਤ ਕਹਾਣੀ ਬਣਾ ਕੇ ਉਸ ਸਥਾਨ ਦੇ ਵਿੱਚੋਂ ਜਿਹੜਾ ਸਿੱਖਾਂ ਦਾ ਕਹਿ ਸਕਦੇ ਹਾਂ ਕਿ ਦਾਵਾ ਖਤਮ ਕੀਤਾ ਜਾ ਰਿਹਾ ਸਰਕਾਰ ਵੱਲੋਂ। ਹਾਂਜੀ ਉੱਥੇ ਗੁਰੂ ਨਾਨਕ ਸਾਹਿਬ ਦੇ ਨਿਸ਼ਾਨੇ ਮਿਟਾ ਕੇ ਗੁਰੂ ਨਾਨਕ ਸਾਹਿਬ ਦੇ ਕੀਤੇ ਕੰਮਾਂ ਨੂੰ ਮਾਸਟਰ ਪਦਮ ਸੰਭਵ ਦਾ ਨਾਮ ਕੀਤਾ ਜਾ ਰਿਹਾ। ਇਹਨੂੰ ਅੰਗਰੇਜ਼ੀ ਪਲੈਗੀਅਰਿਜ਼ਮ ਕਹਿੰਦੇ ਆ। ਇੱਕ ਬੰਦੇ ਦੀ ਕਮਾਈ ਕੀਤੀ, ਉਹਨੂੰ ਦੂਜੇ ਬੰਦੇ ਦੇ ਨਾਮ ਦੱਸਣਾ। ਯਾਨੀ ਕਿ ਮੈਂ ਮਿਹਨਤ ਕੀਤੀ ਸਾਰਾ ਸਾਲ, ਇਮਤਿਹਾਨ ਵਿੱਚ ਮੈਂ ਬੈਠਾ, ਪਰ ਡਿਗਰੀ ਜਿਹੜੀ ਆ ਉਹ ਸਰ ਕਿਸੇ ਦੂਜੇ ਬੰਦੇ ਨੂੰ ਦੇ ਦਿੱਤੀ ਜਾਏ ਮੇਰੇ ਨਾਮ ਦੇ ਉੱਤੇ। ਇਹ ਇਸ ਤਰ੍ਹਾਂ ਅੱਗੇ ਇਸ ਕੇਸ ਦੀ ਜਿਹੜੀ ਲੜਾਈ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। 9 ਮਈ ਨੂੰ ਪੇਸ਼ੀ ਆ, ਉਸ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਇਹਦੇ ਉੱਤੇ ਜਾਣਕਾਰੀ ਜ਼ਰੂਰ ਲਵਾਂਗੇ। ਇੱਕ ਜਾਣਕਾਰੀ ਮੈਂ ਬੜੀ ਖਾਸ ਦੇਣਾ ਤੁਹਾਨੂੰ ਸਰ, ਇੱਕ ਬੜੀ ਜਾਣਕਾਰੀ ਖਾਸ ਦੇਣਾ ਇਹ ਵਿੱਚ, ਕਿਉਂਕਿ ਮੈਂ ਜਦੋਂ ਮੈਂ ਦੱਸ ਰਿਹਾ ਸੀ ਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ 3 ਕਮੇਟੀਆਂ ਦੇ ਵਫਦ ਨੇ ਆ ਕੇ ਮੇਰੇ ਵਕੀਲ ਰਿਤੇਸ਼ ਖੱਤਰੀ ਨੇ ਮੈਨੂੰ ਆ ਕੇ ਜੋ ਧਮਕੀ ਦਿੱਤੀ ਸੀ, ਉਦੋਂ ਮੈਂ ਰਿਤੇਸ਼ ਖੱਤਰੀ ਨੂੰ ਇੱਕ ਗੱਲ ਕਹੀ ਸੀ। ਮੈਂ ਕਿਹਾ ਫਾਰੈਸਟ ਨੂੰ ਇਹਨਾਂ ਨੇ ਪਾਰਟੀ ਬਣਾਇਆ, ਮੈਂ ਕਿਹਾ ਫਾਰੈਸਟ ਤੇ 12,000 ਫੀਟ ਦੇ ਉੱਪਰ ਤਾਂ ਪੇੜ ਹੀ ਨਹੀਂ ਹੁੰਦੇ, 13-14,000 ਤੱਕ ਕੋਈ ਪੇੜ ਦਿਸ ਵੀ ਜਾਏਗਾ, ਇਹਦੇ ਉੱਪਰ ਤਾਂ ਪੇੜ ਹੁੰਦੇ ਹੀ ਨਹੀਂ। 18,000 ਫੀਟ ਦੇ ਉੱਪਰ ਤੇਰੀ ਇਹਨਾਂ ਦੀ ਫੋਰੈਸਟ ਲੈਂਡ ਕਿੱਥੋਂ ਹੋ ਗਈ? ਇਹ ਫਿਰ ਵੀ ਨਹੀਂ ਸਮਝ ਸਕੇ। ਇਹਨਾਂ ਲੋਕਾਂ ਨੇ ਫੋਰੈਸਟ ਨੂੰ ਇਹ ਲੋਕ ਚੈਲੰਜ ਨਹੀਂ ਕਰ ਪਾਏ, ਕਿਉਂਕਿ ਇਹਨਾਂ ਕੋਲ ਨਾ ਤਾਂ ਪੜ੍ਹਾਈ ਸੀ, ਨਾ ਇਹਨਾਂ ਕੋਲ ਫੋਰੈਸਟ ਦੀ ਕੋਈ ਜਾਣਕਾਰੀ ਸੀ। ਮੇਰੇ ਕੋਲ ਜਾਣਕਾਰੀ ਸੀਗੀ। ਮੈਂ ਜਦੋਂ ਅੱਜ ਤੋਂ 50 ਸਾਲ ਹੋ ਗਏ ਸਰ, ਜਦੋਂ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਮੈਂ ਗ੍ਰੈਜੂਏਸ਼ਨ ਦੇ ਵਿੱਚ ਮੇਰੇ ਸਬਜੈਕਟ ਸੀਗੇ ਤੇ ਬੋਟਨੀ ਮੇਰਾ ਸਬਜੈਕਟ ਸੀਗਾ, ਜੂਲੋਜੀ, ਬੋਟਨੀ ਤੇ ਕੈਮਿਸਟਰੀ। ਮੈਂ ਇਹਨਾਂ ਚੀਜ਼ਾਂ ਨੂੰ ਮੇਰੇ ਕੀਤੀ ਪੜ੍ਹਾਈ ਵੀ ਮੇਰੀ ਕੀਤੀ, ਅੱਜ ਕੰਮ ਆਈ। ਮੈਂ ਪੂਰੀ ਰਿਪੋਰਟ ਤਿਆਰ ਕਰ ਦਿੱਤੀ, ਜਿਹਦੇ ਵਿੱਚ ਸਾਫ਼ ਹੈਗਾ ਕਿ ਇਹ ਜਗ੍ਹਾ ਫੋਰੈਸਟ ਲੈਂਡ ਨਹੀਂ ਹੈ। ਔਰ ਸਿੱਕਿਮ ਸਰਕਾਰ ਫੋਰੈਸਟ ਨੂੰ ਇਸ ਕਰਕੇ ਲਈ ਸੀ, ਅੱਗੇ ਫੋਰੈਸਟ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਫੋਰੈਸਟ ਇਸ ਗੁਰਦੁਆਰੇ ਨੂੰ ਤੋੜੇਗਾ ਔਰ ਜਾ ਕੇ ਇਹਦੇ ਉੱਪਰ ਬਾਅਦ ਸਿੱਕਿਮ ਸਰਕਾਰ ਇਹਦਾ ਕਬਜ਼ਾ ਲਏਗੀ, ਫੋਰੈਸਟ ਇਸ ਨੂੰ ਤੋੜੇਗਾ ਔਰ ਫਿਰ ਅੱਗੇ ਫੋਰੈਸਟ ਲੈਂਡ ਦੱਸ ਕੇ ਫੌਜੀ ਅਫਸਰ ਨੂੰ ਡਰਾਇਆ ਗਿਆ ਕਿ ਅਸੀਂ ਤੁਹਾਡੇ ਤੇ ਕੇਸ ਕਰ ਦੇਵਾਂਗੇ। ਉਹ ਵਿਚਾਰੇ 55-56 ਸਾਲ ਦੀ ਉਮਰ ਦੇ ਕਰੀਬ ਦੇ ਹੁੰਦੇ ਨੇ, ਸਭ ਜਿਹੜੇ ਨੇ ਕਮਾਂਡਰ ਹੁੰਦੇ ਨੇ ਫੌਜ ਦੇ ਵੱਡੇ, ਉਹ ਸਾਲ 2 ਸਾਲ ਨੂੰ ਰਿਟਾਇਰ ਹੋ ਜਾਂਦੇ ਨੇ। ਉਹਨਾਂ ਨੇ ਸੋਚਿਆ ਕੌਣ ਇੱਥੇ ਆ ਕੇ ਕੇਸ ਲੜੇਗਾ, ਉਹਨਾਂ ਨੇ ਗੁਰਦੁਆਰਾ ਇਹਨਾਂ ਨੂੰ ਸੌਂਪ ਦਿੱਤਾ। ਇਹ ਹੈਗੀ ਸਰ ਸਟ੍ਰੈਟਜੀ ਫੋਰੈਸਟ ਡਿਪਾਰਟਮੈਂਟ ਨੇ ਝੂਠੀ ਸਾਬਿਤ ਲਿਆ ਹੈ। ਮੈਨੂੰ ਇਹ ਸੁਣ ਕੇ ਰਾਜੀ ਨਹੀਂ ਫੋਰੈਸਟ ਸਿੱਕਿਮ ਕੋਰਟ, ਨਹੀਂ ਤਾਂ ਮੇਰੇ ਕੋਲ ਪੂਰੀ ਰਿਪੋਰਟ ਤਿਆਰ ਪਈ ਹੈ। ਜਿਹੜਾ ਇੱਕ ਚੰਗੇ ਤੋਂ ਚੰਗਾ ਬੰਦਾ ਵੀ ਹੈ, ਲੋਕ ਇੰਡੀਅਨ ਫੋਰੈਸਟ ਸਰਵਿਸ ਦੇ ਬੰਦੇ ਵੀ ਉਸ ਦਾ ਜਵਾਬ ਨਹੀਂ ਦੇ ਸਕੇ, ਕਿਉਂਕਿ ਉਹ ਬਿਲਕੁਲ ਸਹੀ ਲਿਖੀ ਹੋਈ ਹੈ ਔਰ ਮੇਰੇ ਕੋਲ ਪੂਰੇ ਸਬੂਤ ਹੈਗੇ ਨੇ ਕਿ ਮੈਂ ਫੋਰੈਸਟ ਲੈਂਡ ਕਹਿੰਦਾ ਇਹਨਾਂ ਨੂੰ ਪੂਰਾ ਚੈਲੰਜ ਕਰਦਾ। ਜਿਸ ਵੇਲੇ ਮੈਂ ਪਾਰਟੀ ਬਣ ਗਿਆ, ਪਹਿਲੇ ਦਿਨ ਮੈਂ ਫੋਰੈਸਟ ਨੂੰ ਉਡਾਊਂਗਾ, ਇਹ ਓਪਨ ਚੈਲੰਜ ਕਰਕੇ कहना। जिसने बनागा जरूर, आज बना कल बना, जितना मर्जी सिक्किम सरकार जोर ला ले, क्योंकि मेरे को सुप्रीम कोर्ट की डायरेक्शन हैगी आ, चाह के भी सिक्किम सरकार या सिक्किम कोर्ट मैनू रोक नहीं सकेगी। देर जरूर कर सकती है, मैनू तंग जरूर कर सकते हैं, मेरा मायक नुकसान जरूर कर सकते हैं, क्योंकि मैं लोगों को दातों जो मंगदा उन्होंने खराब जरूर कर सकते हैं, पर मैनू पार्टी बनने तो रोक नहीं सकते और केस जीतने तो भी मैनू कोई दुनियावी ताकत रोक नहीं सकती। गुरु महाराज का हुक्म होए जिसका कार्य नहीं किया मानस क्या बेचारा राम, उत्थे मैं कुछ नहीं कर सकांगा। पर फिर भी एक गल दा दावा है, बिरथी ना जाए जन की अरदास। मैं भी अरदास करके ही उत्थे जाना, अरदास करके केस शुरू किया सी और अज भी गुरु नानक साहब की कृपा नाल मैं बहुत ज्यादा स्ट्रांग हो गया। इन्हां पार्टियां कोले कुछ भी नहीं है, इन्हां कोले सिर्फ एक चीज हैगी आ कि पार्टियां दा नाम और गुरु दी गोलक। बाकी बिल्कुल ये सन
ਸਰਦਾਰ ਅਜਮੇਰ ਸਿੰਘ ਰੰਧਾਵਾ ਸਿੱਖ ਸਕਾਲਰ ਇਹ ਕੇਸ ਲੜ ਰਹੇ ਨੇ। ਤੁਸੀਂ ਦੇਖਿਆ ਕਿ ਕਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਕੇਸ ਤੋਂ ਸਾਈਡਲਾਈਨ ਕਰ ਰਹੀ ਆ। ਸਿੱਖਮ ਕੋਰਟ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਖਿਲਾਫ ਜਿਹੜਾ ਸਟੈਂਡ ਆ ਉਹਨਾਂ ਦਾ, ਤੇ ਇਹਨਾਂ ਨੂੰ ਹਜੇ ਤੱਕ ਵੀ ਉੱਥੇ ਧਿਰ ਨਹੀਂ ਬਣ ਦਿੱਤਾ ਜਾ ਰਿਹਾ, ਜਦੋਂ ਕਿ ਇਹਨਾਂ ਕੋਲ ਇੰਨੇ ਸਟਰੋਂਗ ਐਵੀਡੈਂਸ ਨੇ। ਇਹਨਾਂ ਦਾ ਦਾਅਵਾ ਆ ਕਿ ਜਿਸ ਦਿਨ ਇਹ ਧਿਰ ਬਣ ਜਾਣਗੇ ਕੇਸ ਜਿੱਤਣ ਤੇ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ। ਇਸ ਦੇ ਨਾਲ ਹੀ ਅਸੀਂ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ, ਅਸੀਂ ਇਹਨਾਂ ਦਾ ਨੰਬਰ ਵੀ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ, ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ। ਮਾਫੀ ਚਾਹੂੰਗਾ ਸਰ 1 ਮਿੰਟ ਦੇ ਲਈ। ਮੈਂ ਤੁਹਾਡੇ ਕੋਲ ਇੱਕ ਸਵਾਲ ਕਰਦਾ, ਤੁਸੀਂ ਚੈਨਲ ਹੈਗਾ, ਇਸ ਕੇਸ ਨੂੰ ਜਿੱਤਣ ਲਈ ਕਿੰਨਾ ਟਾਈਮ ਚਾਹੀਦਾ ਸਰ? ਕਿੰਨਾ ਅੰਦਾਜ਼ਾ ਲਗਾਉਣਾ ਇਸ ਕੇਸ ਨੂੰ ਜਿੱਤਣ ਲਈ? ਤੁਸੀਂ ਘੱਟੋ ਘੱਟ ਕਿੰਨਾ ਅੰਦਾਜ਼ਾ ਲਗਾਉਣਾ ਇਸ ਕੇਸ ਨੂੰ ਜਿੱਤਣ ਲਈ ਕਿੰਨਾ ਟਾਈਮ ਚਾਹੀਦਾ? ਦੇਖੋ, ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਹਿਸਾਬ ਨਾਲ ਤਾਂ ਦਹਾਕੇ ਵੀ ਲੱਗ ਸਕਦੇ ਆ। ਬਾਕੀ ਤੁਸੀਂ ਦੱਸ ਸਕਦੇ ਹੋ ਬਿਹਤਰ, ਕਿਉਂਕਿ ਤੁਸੀਂ ਕੇਸ ਦੇ ਵਿੱਚ ਇਨਵੋਲਵਡ ਹੋ। ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਤੁਹਾਨੂੰ ਇੱਕ ਲਫ਼ਜ਼ ਕਹਿਣਾ, ਮੇਰੀ ਗੱਲ ਨੂੰ ਚੇਤੇ ਰੱਖਣਾ ਸਰ, ਵੱਧ ਤੋਂ ਵੱਧ ਮੈਨੂੰ 5 ਮਿੰਟ ਚਾਹੀਦੇ। 5 ਮਿੰਟ ਮੈਂ 5 ਮਿੰਟ ਦੀ ਕਿਸੇ ਦਾ ਪਾਸਾ ਪਲਟ ਦੂੰਗਾ, ਮਜਬੂਰ ਹੋ ਜਾਏਗੀ ਕਿਉਂਕਿ ਸਰਕਾਰ ਇਹ ਆਪਣੇ ਨੂੰ ਲਟਕਾਉਣ ਦੀ ਕੋਸ਼ਿਸ਼ ਜਿੰਨਾ ਮਰਜ਼ੀ ਕਰ ਲੈਣ, ਪਰ ਉੱਥੇ ਜਿਹੜਾ ਨਾ ਇਹਨਾਂ ਨੂੰ ਸਪੀਚਲੈਸ ਕਰਨ ਲਈ ਮੈਨੂੰ ਸਿਰਫ 5 ਮਿੰਟ ਚਾਹੀਦੇ। ਤਾਂ ਇਹ ਬਹੁਤ ਵੱਡਾ ਦਾਅਵਾ ਇਹ ਕਰ ਰਹੇ ਨੇ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਕੋਲ ਇੰਨੇ ਕੁ ਐਵੀਡੈਂਸ ਮੌਜੂਦ ਨੇ ਕਿ ਜੇ ਇਹ ਧਿਰ ਬਣਦੇ ਨੇ, ਇਹਨਾਂ ਕੋਲ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ, ਦੇਰ ਜ਼ਰੂਰ ਹੋ ਸਕਦੀ ਆ, ਤੇ ਜਿਸ ਦਿਨ ਇਹ ਧਿਰ ਬਣਦੇ ਨੇ ਇਹਨਾਂ ਕੋਲ ਇੰਨੇ ਐਵੀਡੈਂਸ ਮੌਜੂਦ ਨੇ ਕਿ ਇਹ ਕੇਸ ਦਾ ਪਾਸਾ ਪਲਟ ਸਕਦੇ ਨੇ। ਅਸੀਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਇਸ ਪਾਸੇ ਧਿਆਨ ਦਿੱਤਾ ਜਾਏ। ਨਾਲ ਹੀ ਜਥੇਦਾਰ ਅਕਾਲ ਤਖਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਸਿੱਖਾਂ ਦੇ ਇੱਕ ਇੱਕ ਕਰਕੇ ਇਤਿਹਾਸਕ ਸਥਾਨ ਹਿੰਦੁਸਤਾਨ ਵਿੱਚੋਂ ਖਤਮ ਕੀਤੇ ਜਾ ਰਹੇ ਨੇ, ਜੇ ਕੋਈ ਸਿੱਖ ਇੰਨੀ ਸ਼ਿੱਦਤ ਨਾਲ ਕੇਸ ਲੜ ਰਿਹਾ ਤਾਂ ਉਹਨਾਂ ਦਾ ਜ਼ਰੂਰ ਉਸ ਪਾਸੇ ਧਿਆਨ ਦਿੱਤਾ ਜਾਵੇ ਤੇ ਕਮੇਟੀ ਨੂੰ ਡਾਇਰੈਕਸ਼ਨ ਕਰਕੇ ਤੇ ਇਹਨਾਂ ਨੂੰ ਇੱਕ ਧਿਰ ਬਣਨ ਦਿੱਤਾ ਜਾਵੇ। ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਜਮੇਰ ਸਿੰਘ ਜੀ, ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸ਼ੁਭ ਕਾਮਨਾਵਾਂ ਚੈਨਲ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।